हाँ जी प्यारिओ, ਅੱਜ ਦੀ ਦੂਸਰੀ ਵੀਡੀਓ ਹੈ 2024 ਨਵੰਬਰ 9 ਸ਼ਨੀਚਰਵਾਰ। ਆਪਣਾ ਇੱਕ ਵਿਸ਼ਾ ਚੱਲ ਰਿਹਾ ਹੈ ਤੇ ਅੱਜ ਦਾ ਜਿਹੜਾ ਵਿਸ਼ਾ ਇਹ ਵੀ ਇੱਕ ਭੂਮਿਕਾ ਵਰਗਾ ਹੈ। ਅਜੇ ਸਾਡਾ ਜੋ ਅਸਲ ਪਾਠ ਵਿਆਕਰਨ ਹੈ ਨਾ ਜਾਂ ਭਾਸ਼ਾ ਵਿਗਿਆਨ ਹੈ ਉਹ ਆਰੰਭ ਨਹੀਂ ਹੋਇਆ। ਤੇ ਅੱਜ ਦਾ ਇੱਕ ਪਾਠ ਹੈ ਇਹ ਵੇਖਣ ਵਿੱਚ ਹੋ ਸਕਦਾ ਹੈ ਕਿ ਕਿੰਨਾ ਕੁ ਚੰਗਾ ਲੱਗੇ ਸੁਣਨ ਵਾਲੇ ਨੂੰ, ਕਿਉਂਕਿ ਹਰ ਇੱਕ ਦੀ ਆਪਣੀ ਲੋੜ ਹੁੰਦੀ ਹੈ। ਲੋੜ ਹੁੰਦੀ ਹੈ ਤੇ ਇੱਕ ਮਨ ਦੀ ਰੁਚੀ ਹੁੰਦੀ ਹੈ। ਐਵੇਂ ਇੱਕ ਸ਼ਬਦ ਲਿਖਿਆ ਹੈ, ਜਦੋਂ ਤੁਸੀਂ ਕੋਈ ਬੋਲੀ ਜਾਣਦੇ ਹੋ ਤਾਂ ਤੁਸੀਂ ਕੀ ਜਾਣਦੇ ਹੋ। ਇਹ ਆਇਓ ਯੂਨੀਵਰਸਿਟੀ ਨੇ ਆਪਣੀ ਪੁਸਤਕ ਵਿੱਚ ਦਿੱਤਾ ਹੋਇਆ ਹੈ, ਜਿਸ ਦਾ ਇਹ ਪੰਜਾਬੀ ਅਨੁਵਾਦ ਹੈ। ਉਹ ਬਹੁਤ ਡੂੰਘੇ ਲੋਕ ਨੇ ਜੀ, ਜਿਹੜੇ ਉਹ ਇੰਨਾ ਡੂੰਘਾ ਲਿਖਦੇ ਹਨ। What you know when you know a language। ਔਰ ਮੈਨੂੰ ਇਹ ਤੁਕ ਕਈ ਦਿਨ ਸਮਝ ਹੀ ਨਹੀਂ ਆਈ ਵੀ ਉਹ ਕਹਿ ਕੀ ਰਹੇ ਨੇ। ਹੁਣ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਤੇ ਹੋ ਸਕਦਾ ਕਿ ਇਹ ਸਮਝ ਵਿੱਚ ਨਾ ਉਤਰੇ, ਪਰ ਮੈਨੂੰ ਇਸ ਪੱਤਰੇ ਤੇ ਲੱਗੇ ਨੂੰ ਜਾਂ ਇਸ ਪੁਸਤਕ ਤੇ ਲੱਗੇ ਨੂੰ ਕਈ ਸਪਤਾਹ ਬੀਤ ਗਏ ਹਨ। ਮੈਂ ਇਹ ਗੱਲ ਥੋੜੀ ਤਾਂ ਕੀਤੀ ਹੈ ਕਿ ਬੜਾ ਸਹਿਜ ਵਿੱਚ ਸੋਚ ਕੇ ਇਹ ਸਭ ਗੱਲਾਂ ਵਿਚਾਰਨ ਵਾਲੀਆਂ ਹਨ। ਸਹਿਜ ਵਿੱਚ ਜਦੋਂ ਤੁਸੀਂ ਕੋਈ ਬੋਲੀ ਜਾਣਦੇ ਹੋ, ਹੁਣ ਮੈਂ ਪੰਜਾਬੀ ਹਾਂ, ਤੁਸੀਂ ਪੰਜਾਬੀ ਹੋ, ਕੋਈ ਹਿੰਦੀ ਹੋ ਸਕਦਾ ਹੈ, ਸਾਡੇ ਗੁਆਂਢ ਵਿੱਚ ਕੋਈ ਉਰਦੂ ਜਾਣਦਾ ਹੈ, ਰਾਜਸਥਾਨੀ ਹੈ, ਉਸ ਤੋਂ ਅੱਗੇ ਮਹਾਰਾਸ਼ਟਰੀ ਆ ਜਾਣੀ ਹੈ, ਗੁਜਰਾਤੀ ਆ ਜਾਣੀ ਹੈ। ਕੋਈ ਵੀ ਆਦਮੀ, ਇਹ ਜਿਹੜੀ ਗੱਲ ਆਪਾਂ ਕਰ ਰਹੇ ਕਿਸੇ ਵੀ ਵਾਸਤੇ ਹੈ ਵੀ ਜਦ ਕੋਈ ਮਨੁੱਖ ਬੋਲੀ ਜਾਣਦਾ ਹੈ ਤਾਂ ਬੋਲੀ ਪ੍ਰਤੀ ਕੀ ਜਾਣਦੇ ਹਾਂ। ਇਹ ਸਵਾਲ ਹੈ ਕਿ ਕੀ ਤੁਸੀਂ ਕੀ ਜਾਣਦੇ ਹੋ ਉਸ ਬੋਲੀ ਬਾਰੇ। ਤਾਂ ਇਹਨਾਂ ਨੇ ਦੋ ਗੱਲਾਂ ਉੱਤੇ ਵਿਦਵਾਨਾਂ ਨੇ ਕੇਂਦਰਿਤ ਕਰਾਇਆ। ਇੱਕ ਦਾ ਨਾਮ ਹੈ ਭਾਸ਼ਾਈ ਯੋਗਤਾ ਤੇ ਦੂਜੇ ਦਾ ਅਰਥ ਹੈ ਭਾਸ਼ਾਈ ਪ੍ਰਦਰਸ਼ਨ। ਮੈਂ ਅੱਗੇ ਜਾ ਕੇ ਪੱਪਾ ਤੇ ਰਾਰਾ ਪਾਇਆ, ਪਰ ਪਾ ਦਿੱਤਾ ਅੱਗੇ ਜਾ ਕੇ, ਕਿਉਂਕਿ ਆਪਾਂ ਹਰ ਗੱਲ ਨੂੰ ਥੋੜਾ ਲੰਬਾ ਸੋਚਦੇ ਹਾਂ। ਸਾਰੇ ਪ੍ਰ ਬੋਲਦੇ ਹਨ, ਪ੍ਰਦਰਸ਼ਨ, ਪਰ ਮੈਂ ਫਿਰ ਅੱਗੇ ਜਾ ਕੇ ਪਰ ਕਰ ਲਿਆ, ਕਿਉਂਕਿ ਉਹ ਮੈਂ ਗੁਰਬਾਣੀ ਦੇ ਕੁਝ ਸ਼ਬਦ ਮੇਰੇ ਅੰਦਰ ਜ਼ਿਆਦਾ ਆਇਆ। ਪ੍ਰਗਟ ਕਰ ਦਿਖਾਇਆ, ਪ੍ਰਗਟ, ਉੱਥੇ ਪੱਪਾ ਰਾਰਾ ਹੈ, ਪਰ ਹੈ, ਪੱਪਾ ਰਾਰਾ ਨਾ ਕਹੋ, ਪਰ ਹੈ। ਦੋ ਸ਼ਬਦ ਹਨ, ਭਾਸ਼ਾਈ ਯੋਗਤਾ, ਭਾਸ਼ਾਈ ਪ੍ਰਦਰਸ਼ਨ। ਐਸੇ ਗੱਲ ਨੂੰ ਸਮਝਣ ਵਿੱਚ ਤੇ ਲਿਖਣ ਵਿੱਚ ਮੈਂ ਪਿਛਲੇ 2 ਦਿਨ ਲਾਏ ਪੂਰੇ, ਤੇ ਮੈਂ 4 ਪੱਤਰੇ ਲਿਖਦਾ ਗਿਆ, ਸਮਝਦਾ ਗਿਆ, ਕਾਟੇ ਮਾਰਦਾ ਗਿਆ, ਲਿਖਦਾ ਗਿਆ, ਸਮਝਦਾ ਗਿਆ। ਇਹ 4 ਪੱਤਰੇ ਹਨ ਤੇ ਇਹਨਾਂ 4 ਪੱਤਰਿਆਂ ਵਿੱਚ ਗੱਲ ਕੇਵਲ ਉਤਨੀ ਕੁ ਹੈ ਜਿਹੜੀ ਉੱਤੇ ਆਰੰਭ ਵਿੱਚ ਕੀਤੀ ਹੈ। ਤੋ ਇਸ ਨੂੰ ਆਪ ਜੀ ਜਦੋਂ ਮੇਰੇ ਇਸ ਪੱਤਰਿਆਂ ਨੂੰ ਤੁਸੀਂ ਪੜ੍ਹੋਗੇ, ਮੇਰੀਆਂ ਵੀ ਕੁਝ ਉਕਾਈਆਂ ਰਹਿ ਗਈਆਂ ਹੋਣਗੀਆਂ, ਕਿਉਂਕਿ ਉਹ ਕਦੇ ਵਾਕ ਇੱਕ ਵਚਨ ਆਰੰਭ ਕੀਤਾ ਹੁੰਦਾ, ਸੋਚਦਾ ਅੰਤ ਵਿੱਚ ਬੰਦਾ ਉਹਦੀ ਬਹੁਵਚਨ ਕਿਰਿਆ ਬਣਾ ਦਿੰਦਾ ਹੈ, ਬਹੁਵਚਨ ਸੋਚ ਕੇ, ਤੇ ਐਸੀਆਂ ਹੋ ਜਾਣਗੀਆਂ। ਪਰ ਇਹਦੇ 'ਚ ਮੈਂ ਯਤਨ ਕੀਤਾ ਕਿ ਮੈਂ ਗਿਆਨ ਨੂੰ ਪ੍ਰਾਪਤ ਕਰਕੇ ਤੁਹਾਡੇ ਅੱਗੇ ਕੁਝ ਰੱਖ ਸਕਾਂ। ਮੰਨ ਲਓ ਤੁਸੀਂ ਪੰਜਾਬੀ ਬੋਲਦੇ ਹੋ ਜਾਂ ਹਿੰਦੀ ਬੋਲਦੇ ਹੋ ਜਾਂ ਮੰਨ ਲਓ ਇੰਗਲਿਸ਼, ਜੋ ਵੀ ਤੁਹਾਡੀ ਮਾਤਰੀ ਬੋਲੀ ਹੈ, ਮਾਂ ਬੋਲੀ ਪ੍ਰਤੀ ਬਹੁਤ ਕੁਝ ਜਾਣਦੇ ਹੋ।
और ये गल सही है। हर बंदा अपनी मां बोली नूं बोलना जानदा है। जिहड़ी गल सही है, बोलना जानदा है। और जिवें मैं आप जी नूं कहा है ना कि जिहड़ी बोली है ना, ये मानव जाति नूं हजारां बरखां ਤੋਂ ਪ੍ਰਾਪਤ ਹੋਈ ਹੈ। ਔਰ ਇਹ ਬੋਲੀ ਦਾ ਅੱਜ ਰੂਪ ਜੋ ਮੈਂ ਤੁਹਾਡੇ ਅੱਗੇ ਬੋਲ ਰਿਹਾ, ਤੁਸੀਂ ਸਮਝ ਲੈਣਾ ਕਿ ਮੇਰੀ ਇਸ ਬੋਲੀ ਨੂੰ ਤਿਆਰ ਕਰਨ ਵਿੱਚ ਮੇਰੇ ਪਤਾ ਨਹੀਂ ਕਿਤਨਾ ਕੁ ਪੁਰਖੇ, ਕਿੰਨੀਆਂ ਪੀੜ੍ਹੀਆਂ ਤੇ ਕਿੰਨੀਆਂ ਸਦੀਆਂ ਤੇ ਕਿੰਨੇ ਹਜ਼ਾਰ ਬਰਖ ਲੱਗੇ। ਇਹ ਇੱਕ ਦਿਨ ਵਿੱਚ ਤਿਆਰ ਨਹੀਂ ਹੋਈ। ਇੱਕ ਪੀੜ੍ਹੀ ਪਿਛਲੀ ਪੀੜ੍ਹੀ ਤੋਂ ਲੈਂਦੀ ਹੈ ਬੋਲੀ, ਉਸ ਨੂੰ ਗ੍ਰਹਿਣ ਕਰਦੀ ਹੈ, ਉਸ ਵਿੱਚ ਕੁਝ ਵਾਧਾ ਕਰਦੀ ਹੈ, तो अगली पीढ़ी ਨੂੰ ਦੇ ਦਿੰਦੀ ਹੈ। ਅਗਲੀ ਪੀੜ੍ਹੀ ਵੀ ਉਸੇ ਤਰ੍ਹਾਂ ਕਰਦੀ ਹੈ। ਪਿਛਲੀ ਪੀੜ੍ਹੀ ਤੋਂ ਗ੍ਰਹਿਣ ਕੀਤਾ, ਕੁਝ ਨਵਾਂ ਪਾਇਆ, ਉਹਨੂੰ ਸੁਧਾਰਿਆ, ਫਿਰ ਅਗਲੀ ਪੀੜ੍ਹੀ ਨੂੰ ਦੇ ਦਿੱਤਾ। ਇਸੇ ਪ੍ਰਕਾਰ ਬੋਲੀ ਮਾਤਾ ਪਿਤਾ ਪਰਿਵਾਰ ਸਮਾਜ ਤੋਂ ਗ੍ਰਹਿਣ ਕੀਤੀ ਜਾਂਦੀ ਹੈ ਤੇ ਮਨੁੱਖ ਜਾਣਦਾ ਹੈ। ਬੋਲੀ ਦੇ ਸਾਰੇ ਗੁਣ ਹਰ ਮਾਨਵ ਦੇ ਅੰਦਰ ਹਨ। ਬੋਲੀ ਦੀ ਸ਼ਬਦਾਵਲੀ, ਬੋਲੀ ਦਾ ਵਿਆਕਰਨ, ਬੋਲੀ ਦੇ ਨੇਮ ਸਭ ਕੁਝ ਜਾਣਦਾ ਹੈ। ਤੇ ਜਿਹੜੀ ਅੱਜ ਦੀ ਗੱਲ ਹੈ ਨਾ, ਮੰਨ ਲਓ ਸਾਰੇ ਜਾਣਦੇ ਹਾਂ, ਭਾਵੇਂ ਕੋਈ ਕਿਸੇ ਵਿਦਿਆਲੇ ਵਿੱਚ ਗਿਆ ਹੈ ਜਾਂ ਨਹੀਂ ਗਿਆ, ਉਹ ਕਿਸੇ ਜਮਾਤ ਵਿੱਚ ਬੈਠਾ ਹੈ ਜਾਂ ਨਹੀਂ ਬੈਠਾ, ਪਰ ਬੋਲੀ ਸਭ ਜਾਣਦੇ ਹਨ। ਇੱਕ ਬੱਚਾ ਬਹੁਤ ਵੱਡੀ ਡਿਗਰੀ ਲੈ ਬੈਠਾ ਹੈ, ਉਹ ਵੀ ਬੋਲੀ ਜਾਣਦਾ ਹੈ। ਉਹਦਾ ਪਿਤਾ ਇੱਕ ਅੱਖਰ ਨਹੀਂ ਸਕੂਲ ਵਿੱਚੋਂ ਪੜ੍ਹਿਆ, ਪਰ ਬੋਲੀ ਉਹ ਵੀ ਜਾਣਦਾ ਹੈ। ਠੀਕ ਹੈ ਜੀ। ਜਿਹੜੀ ਹੋਰ ਗੱਲ ਜਿਹੜੀ ਹੈ ਕਿ ਆਪਾਂ ਹੁਣ ਤਾਂ ਹੀ ਬੋਲਦੇ ਹਾਂ ਕਿ ਸਾਰਾ ਕੁਝ ਜਾਣਦੇ ਹਾਂ, ਪਰ ਜਿਹੜੀ ਅੱਜ ਦੀ ਗੱਲ ਹੈ ਉਹ ਇਹ ਹੈ ਕਿ ਮੰਨ ਲਓ ਕੋਈ ਮਨੁੱਖ ਤੁਹਾਨੂੰ ਕਹੇ ਕਿ ਤੁਸੀਂ ਆਪਣੀ ਬੋਲੀ ਦਾ ਸਾਰਾ ਗਿਆਨ ਇੱਕ ਪੁਸਤਕ ਵਿੱਚ ਲਿਖ ਦੇਵੋ, ਜੋ ਦੂਜਿਆਂ ਨੂੰ ਪੰਜਾਬੀ ਬੋਲੀ ਸਿਖਾਉਣ ਲਈ ਵਰਤੀ ਜਾਏਗੀ। ਜੇ ਤੁਹਾਨੂੰ, ਮੈਨੂੰ ਜਾਂ ਕਿਸੇ ਵਿਅਕਤੀ ਨੂੰ ਇਹ ਗੱਲ ਆਖੀ ਜਾਵੇ ਕਿ ਜੋ ਤੇਰੀ ਬੋਲੀ ਹੈ ਤੂੰ ਉਸ ਨੂੰ ਇਸ ਪੁਸਤਕ ਵਿੱਚ ਲਿਖ ਦੇ, ਤਾਂ ਕਿ ਇਸੇ ਪੁਸਤਕ ਨੂੰ ਫਿਰ ਉਹਨਾਂ ਲੋਕਾਂ ਨੂੰ ਪੜ੍ਹਾਇਆ ਜਾਵੇ ਜਿਨ੍ਹਾਂ ਨੂੰ ਸਾਡੀ ਬੋਲੀ ਨਹੀਂ ਆਉਂਦੀ, ਫਿਰ ਕੀ ਹੋਵੇਗਾ? ਆਪ ਕਾਗਜ਼ ਕਲਮ ਲੈ ਕੇ ਬੈਠਣਾ, ਲਿਖਣਾ ਆਪਣੀ ਮਾਂ ਬੋਲੀ ਦੇ ਗਿਆਨ ਨੂੰ ਜੋ ਤੁਹਾਡੇ ਪਾਸ ਹੈ, ਆਪਣੇ ਸਾਰਿਆਂ ਦੇ ਅੰਦਰ ਹੈ। ਅਸੀਂ ਉਸ ਬੋਲੀ ਨੂੰ ਬੋਲਦੇ ਹਾਂ। ਕਾਗਜ਼ ਉੱਤੇ ਇਕੱਠਾ ਕਰਨਾ, ਕਰਨ ਦਾ ਯਤਨ ਕਰਨਾ, ਤਦ ਤੁਸੀਂ ਇਹ ਸਮਝੋਗੇ ਕਿ ਬੋਲੀ ਦੇ ਗਿਆਨ ਤੋਂ ਅਸੀਂ ਅਚੇਤ ਹਾਂ। ਅਸੀਂ ਬੋਲੀ ਬੋਲ ਰਹੇ ਹਾਂ, ਬੋਲੀ ਜਾਣਦੇ ਹਾਂ, ਬੋਲੀ ਸਾਡੇ ਅੰਦਰ ਖੂਨ ਦੇ ਬੂੰਦ ਬੂੰਦ ਵਿੱਚ ਵਸੀ ਹੋਈ ਹੈ, ਸਾਡੇ ਮਨ ਦੇ ਅੰਦਰ ਵਸੀ ਹੋਈ ਹੈ, ਪਰ ਅਸੀਂ ਬੋਲੀ ਦੇ ਬਹੁਤ ਸਾਰੇ ਗਿਆਨ ਤੋਂ ਅਚੇਤ ਹਾਂ। ਅਸੀਂ ਉਸ ਨੂੰ ਲਿਖਣ ਦੇ ਸਮਰੱਥ ਨਹੀਂ ਹਾਂ, ਪੁਸਤਕ ਵਿੱਚ ਨਹੀਂ ਲਿਖ ਸਕਦੇ, ਇੱਕ ਥਾਂ ਤੇ ਇਕੱਠਾ ਨਹੀਂ ਕਰ ਸਕਦੇ। ਤੋ ਇੱਥੇ ਇਹ ਗੱਲ ਕੀਤੀ ਜਾ ਰਹੀ ਹੈ, ਬੋਲੀ ਗਿਆਨ ਪ੍ਰਤੀ ਆਪਣੀ ਹੀ ਬੋਲੀ ਦੇ ਗਿਆਨ ਨੂੰ ਪੂਰਾ ਨਹੀਂ ਜਾਣਦੇ, ਨਹੀਂ ਲਿਖਦੇ। ਮਨੁੱਖ ਬੋਲੀ ਬੋਲਦਾ ਹੈ, ਪਰ
ਬੋਲੀ ਦੇ ਸਾਰੇ ਗਿਆਨ ਨੂੰ ਲਿਖ ਨਹੀਂ ਸਕਦਾ, ਬੋਲੀ ਦਾ ਬਹੁਤਾ ਗਿਆਨ ਵਿਅਕਤੀ ਨਹੀਂ ਕਰ ਸਕਦਾ, ਇਹ ਬੋਲੀ ਦਾ ਗੁਪਤ ਗਿਆਨ ਹੈ। ਇੱਥੇ ਇੱਕ ਗੱਲ ਹੈ, ਗੁਪਤ ਗਿਆਨ ਆਪ ਜੀ ਨੇ ਰੱਖਣਾ ਕਿ ਸਾਡੇ ਪਾਸ ਬੋਲੀ ਹੈ। ਬੋਲੀ ਹੈ ਦਾ ਅਰਥ ਹੁੰਦਾ ਹੈ, ਜਦੋਂ ਬੋਲੀ ਆਖਦੇ ਨੇ ਦਾ ਅਰਥ ਹੁੰਦਾ ਕਿ ਸਾਡੇ ਪਾਸ ਬੋਲੀ ਦੀ ਸ਼ਬਦਾਂ ਨੂੰ ਜੋੜਨਾ, ਸ਼ਬਦਾਂ ਦੀ ਵਾਕ ਬਣਾਣੀ, ਇੱਕ ਸ਼ਬਦ ਨੂੰ 8 ਪ੍ਰਕਾਰ ਨਾਲ ਵਰਤਣਾ, ਕਿਰਿਆਵਾਂ ਦੇ ਅਨੇਕਾਂ ਰੂਪ ਬਣਾਣੇ, ਸਭ ਕੁਝ ਆਉਂਦਾ ਹੈ। ਪਰ ਉਹ ਹੋ ਰਿਹਾ ਆਪਣੇ ਆਪ ਸਾਡੇ ਤੋਂ, ਜਨਮਜਾਤ ਤੋਂ ਸਿੱਖਿਆ ਹੋਇਆ। ਪਰ ਉਹ ਸਭ ਗਿਆਨ ਸਾਡੇ ਪਾਸ ਪਿਆ ਹੋਇਆ ਗੁਪਤ ਹੈ। ਗੁਪਤ ਗਿਆਨ ਵੀ ਨਾ ਕਹੋ, ਇਹਨੂੰ ਛਿਪਿਆ ਹੋਇਆ ਗਿਆਨ ਕਹੋ। ਹਿਡਨ ਨੌਲੇਜ, ਮੈਂ ਤੇ ਸ਼ਬਦ ਵਰਤਿਆ, ਹਿਡਨ ਨੌਲੇਜ। ਅਸੀਂ ਉਹਨੂੰ ਬਿਆਨ ਨਹੀਂ ਕਰ ਸਕਦੇ। ਤੋ ਇਹ ਜਿਹੜਾ ਛਿਪਿਆ ਹੋਇਆ ਗਿਆਨ ਹੈ, ਜੋ ਹਰ ਮਨੁੱਖ ਦੇ ਪਾਸ ਹੈ, ਇਹ ਛਿਪਿਆ ਹੋਇਆ ਗਿਆਨ ਵੀ ਇੱਕ ਸਮਰੱਥਾ ਹੈ। ਆਪਾਂ ਅੱਗੇ ਚੱਲਦੇ ਹਾਂ ਥੋੜਾ, ਫਿਰ ਵਾਪਸ ਇਹਨਾਂ ਸ਼ਬਦਾਂ ਤੇ ਆਵਾਂਗੇ। ਪਹਿਲਾਂ ਇੱਕ ਉਦਾਹਰਣ ਇੱਥੇ ਦਾਸ ਨੇ ਲਿਆ ਉਹਨਾਂ ਤੋਂ, ਲਿਖਿਆ ਨਾ ਜਿਵੇਂ ਚੱਲਦਾ ਪਿਛਲਾ ਜਿਹੜਾ ਗਿਆਨ ਹੈ, ਜੇ ਅਚਾਨਕ ਇਹ ਤਾਂ ਲਿਖੇ ਨੇ ਵੀ ਮੰਨ ਲਓ ਇਹ ਪੱਤਰਾ ਵੱਖਰਾ ਹੋ ਗਿਆ, ਉਹ ਪੱਤਰਾ ਵੱਖਰਾ ਹੋ ਗਿਆ, ਤੇ ਪਤਾ ਲੱਗ ਜਾਏਗਾ ਕਿ ਜਿਸ ਪ੍ਰਕਾਰ ਅਸੀਂ ਬੋਲੀ ਬੋਲਦੇ ਹਾਂ ਤੇ ਬੋਲੀ ਦਾ ਗਿਆਨ ਮਨੁੱਖ ਦੇ ਪਾਸ ਗੁਪਤ ਗਿਆਨ ਵਰਗਾ, ਉਹਨੂੰ ਬਿਆਨ ਨਹੀਂ ਕਰ ਸਕਦਾ, ਕਰ ਹੀ ਨਹੀਂ ਸਕਦਾ। ਤਾਂ ਇੱਥੇ ਇਹ ਇੱਕ ਉਦਾਹਰਣ ਲਿਆ ਕਿ ਆਪਣੇ ਜੀਵਨ ਦੀਆਂ ਕਈ ਕਿਰਿਆਵਾਂ ਜੋ ਅਸੀਂ ਸਰੀਰ ਨਾਲ ਕਰਦੇ ਹਾਂ, ਬਾਰ-ਬਾਰ ਕਰਦੇ ਹਾਂ, ਪਰ ਕਿਵੇਂ ਕਰਦੇ ਹਾਂ ਇਹ ਨਹੀਂ ਪਤਾ। ਉਹਨਾਂ ਕਿਰਿਆਵਾਂ ਵਿੱਚੋਂ ਇੱਕ ਦਾ ਉਦਾਹਰਣ ਲਿਆ ਹੈ, ਚੱਲਣਾ। ਮੈਂ ਇੱਥੇ ਬ੍ਰੈਕਟ 'ਚ ਨ ਜਾਂ ਣ ਵਰਤਿਆ ਹੋਇਆ, ਕਿਉਂਕਿ ਅੱਜ ਆਪਾਂ ਇਸ ਉੱਤੇ ਗੱਲ ਨਹੀਂ ਕਰ ਰਹੇ, ਪਰ ਇੱਥੇ ਥੋੜਾ ਸੰਖੇਪ ਮਾਤਰ ਦਾਸ ਨੇ ਤਾਂ ਲਿਖਿਆ ਹੈ ਕਿ ਜਿਵੇਂ ਹਿੰਦੀ ਵਿੱਚ ਚੱਲਣਾ, ਨਾ ਨੰਨਾ ਹੁੰਦਾ, ਜਿਹਨੂੰ ਆਪਾਂ ਕਹਿੰਦੇ ਹੁੰਦੇ ਆ, ਉਹਨੂੰ ਕਹਿੰਦੇ ਹੁੰਦੇ ਨੇ ਅਵਰੋਧਕ ਵਿਧੀ ਵਾਲਾ। ਤੇ ਮੇਰੀ ਬੋਲੀ ਪੰਜਾਬੀ ਹੈ ਤੇ ਮੈਂ ਬੋਲਦਾ ਹਾਂ ਉਲਟ ਜੀਬੀ ਵਾਲਾ, ਚੱਲਣਾ ਨਾ ਉਲਟ ਜੀਬੀ ਵਾਲਾ। ਤਾਂ ਕਿਸੇ ਦੀ ਬੋਲੀ ਵਿੱਚ ਇਹ ਵੀ ਹੋ ਸਕਦਾ ਹੈ, ਇਹ ਵੀ ਹੋ ਸਕਦਾ ਹੈ, ਤਾਂ ਇਸ ਤਰ੍ਹਾਂ ਇਹਦੇ ਉੱਤੇ ਕੋਈ ਜ਼ਿਆਦਾ ਨਹੀਂ ਕਰਨਾ। ਠੀਕ ਹੈ ਜੀ, ਆਪਾਂ ਫਿਰ ਦੇਖਾਂਗੇ। ਆਪਾਂ ਚੱਲਣ ਦਾ ਉਦਾਹਰਨ ਲੈ ਲਿਆ। ਇਹ ਜੋ ਚੱਲਣਾ ਹੈ ਅਸੀਂ ਹਰ ਰੋਜ਼ ਕਰਦੇ ਹਾਂ। ਹੁਣ ਬਹੁਤ ਲੋਕ ਨੂੰ ਜੇ ਪੁੱਛਿਆ ਜਾਵੇ ਤਾਂ ਉਹ ਕੇਵਲ ਇੰਨਾ ਹੀ ਆਖਣਗੇ ਕਿ ਇੱਕ ਆਪਾਂ ਪੈਰ ਪੁੱਟਦੇ ਹਾਂ ਤੇ ਉਸ ਪੈਰ ਅੱਗੇ ਆਪਾਂ ਦੂਜਾ ਰੱਖ ਦਿੰਦੇ ਹਾਂ। ਜਿਵੇਂ ਇੱਥੇ ਲਿਖਿਆ ਹੋਇਆ ਹੈ, ਬਹੁਤੇ ਲੋਕ ਜਾਂ ਸਭ ਲੋਕ ਚੱਲਣਾ ਜਾਣਦੇ ਹਨ, ਐਸਾ ਬਿਨਾਂ ਸੋਚੇ ਸਮਝੇ ਕਰਦੇ ਹਨ। ਸਾਡੇ ਵਿੱਚੋਂ ਬਹੁਤੇ ਲੋਕ ਚੱਲਣ ਦਾ ਸੰਖੇਪ ਵਰਣਨ ਕਰ ਸਕਦੇ ਹਨ। ਕਿਵੇਂ? ਅਸੀਂ ਇੱਕ ਪੈਰ ਚੁੱਕਦੇ ਹਾਂ ਅਤੇ ਇਸ ਨੂੰ ਦੂਜੇ ਪੈਰ ਦੇ ਸਨਮੁਖ, ਹੁਣ ਮੈਂ ਸਨਮੁਖ ਲਿਖਿਆ ਹੋਇਆ, ਮੇਰੀ ਪੰਜਾਬੀ 'ਚ ਸਾਹਮਣੇ ਹੈ, ਮੈਂ ਸਾਹਮਣੇ ਵੀ ਬ੍ਰੈਕਟ 'ਚ ਕਰ ਦਿੱਤਾ। ਜਿਵੇਂ ਮੈਂ ਆਪ ਜੀ ਨੂੰ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ ਕਿ ਮੈਂ ਇਸ ਤਰ੍ਹਾਂ ਕਰਦਾ ਰਹਿੰਦਾ ਹਾਂ ਕਿ ਅਗਰ ਸਾਹਮਣੇ ਦੀ ਥਾਂ ਤੇ ਸਨਮੁਖ ਸ਼ਬਦ ਮੈਂ ਲਿਖਿਆ, ਸਨਮੁਖ ਗੁਰਬਾਣੀ ਵਿੱਚ ਹੈ, ਤੇ ਮੈਂ ਸਨਮੁਖ ਲੈ ਲਵਾਂਗਾ। ਤਾਂ ਇੱਕ ਪੈਰ ਚੁੱਕਦੇ ਹਾਂ ਅਤੇ ਇਸ ਨੂੰ ਦੂਜੇ ਪੈਰ ਦੇ ਸਨਮੁਖ ਰੱਖ ਦਿੰਦੇ ਹਾਂ। ਪੈਰਾਂ ਨਾਲ ਚੱਲਣ ਵਿੱਚ ਮੈਂ ਇੱਥੇ ਜਿਹੜਾ ਬਿੰਦੀਆਂ ਲਾਇਆ ਨਾ, ਇਹਦਾ ਅਰਥ ਹੈ ਕਿ ਇੱਥੇ ਇਸੇ ਗੱਲ ਉੱਤੇ ਕਿੰਨੀ ਵਿਚਾਰ ਹੋਰ ਕਰਨੀ ਹੁੰਦੀ ਹੈ।
ਸਧਾਰਨ ਵਿਅਕਤੀ ਇੰਨਾ ਹੀ ਕਹੇਗਾ ਕਿ ਇੱਕ ਪੈਰ ਚੁੱਕਦੇ ਹਾਂ, ਦੂਜਾ ਉਹਦੇ ਅੱਗੇ ਰੱਖ ਦਿੰਦੇ ਹਾਂ, ਫਿਰ ਪਿਛਲਾ ਚੁੱਕਦੇ ਹਾਂ, ਅੱਗੇ ਰੱਖ ਦਿੰਦੇ ਹਾਂ, ਇਹ ਚੱਲਣਾ ਹੋ ਗਿਆ। ਇਹ ਉਹਦੀ ਚੱਲਣ ਦੀ ਉਹ ਦੱਸ ਰਿਹਾ ਹੈ। ਪਰ ਪੈਰਾਂ ਨਾਲ ਚੱਲਣ ਵਿੱਚ ਸਰੀਰ ਦੇ ਕਈ ਅੰਗ ਕੰਮ ਕਰਦੇ ਹਨ। ਪੂਰਾ ਅੰਗ ਤੰਤਰ ਕੰਮ ਕਰਦਾ ਹੈ। ਬਹੁਤ ਥੋੜੇ ਲੋਕ ਉਹਨਾਂ ਨੂੰ ਕਹਿੰਦੇ ਨੇ, ਮੈਂ ਇੱਥੇ ਅੰਗਰੇਜ਼ੀ ਦਾ ਸ਼ਬਦ ਆ ਜਿਹੜਾ ਕਹਿੰਦੇ ਨੇ, ਵੀਰ ਭੁਪਿੰਦਰ ਸਿੰਘ ਜੀ ਹੋ ਸਕੇ ਸੁਧਾਰ ਦੇਣਾ, ਕਿਉਂਕਿ ਇੱਕ ਹੀ ਸ਼ਬਦ ਨੂੰ ਦੋ ਤਰੇ ਪ੍ਰਕਾਰ ਨਾਲ ਦੇਸ਼ਾਂ ਦੇ ਲੋਕ ਬੋਲਦੇ ਹਨ। ਇਹ ਹੈ ਕਾਈਨੇਸੀਓਲੋਜਿਸਟ। ਕਾਈਨੇਸੀਓਲੋਜਿਸਟ ਜਿਹਦਾ ਅਰਥ ਹੈ ਮਨੁੱਖੀ ਚਾਲ ਵਿਗਿਆਨੀ। ਜੋ ਆਪਾਂ ਚੱਲਦੇ ਆ ਨਾ, ਇਹਦੇ ਜਿਹੜੇ ਵਿਗਿਆਨੀ ਲੋਕ ਹਨ ਉਹ ਵਾਸਤਵ ਦੇ ਵਿੱਚ ਜਾਣਦੇ ਹਨ ਕਿ ਜਿਹੜੀ ਪੈਰਾਂ ਨਾਲ ਚੱਲਣ ਦੀ ਕਿਰਿਆ ਹੈ ਉਹ ਇਤਨੀ ਕੁ ਨਹੀਂ ਜਿਤਨੀ ਕੁ ਕਿਸੇ ਨੇ ਦੱਸੀ ਹੈ, ਕਿ ਜਾਂ ਅਸੀਂ ਸਾਨੂੰ ਇੰਨਾ ਹੀ ਪਤਾ ਕਿ ਇੱਕ ਪੈਰ ਚੁੱਕਿਆ, ਉਹਨੂੰ ਦੂਜੇ ਪੈਰ ਦੇ ਅੱਗੇ ਰੱਖ ਦਿੱਤਾ। ਪਰ ਵਾਸਤਵ ਦੇ ਅੰਦਰ ਸਾਡੇ ਮਸਤਿਸ਼ਕ ਤੋਂ ਲੈ ਕੇ ਪੈਰਾਂ ਤੱਕ ਪੂਰਾ ਸਰੀਰ ਤੰਤਰ ਕੰਮ ਕਰਦਾ ਹੈ। ਉੱਤੇ ਮੈਂ ਲਿਖਿਆ ਪੂਰੀ ਸਰੀਰਕ ਮਸ਼ੀਨ ਕੰਮ ਕਰਦੀ ਹੈ, ਕਿਉਂਕਿ ਮਸ਼ੀਨ ਇਸਤਰੀ ਲਿੰਗ ਹੋ ਗਿਆ ਤੇ ਕੰਮ ਕਰਦੀ ਹੈ। ਤੇ ਜੇ ਮੈਂ ਮਸ਼ੀਨ ਸ਼ਬਦ ਛੱਡ ਕੇ ਇਹ ਬੋਲਦਾ ਹਾਂ ਤੇ ਫਿਰ ਕਹਿਣਾ ਹੋਵੇਗਾ ਪੂਰਾ ਸਰੀਰਕ ਤੰਤਰ ਕੰਮ ਕਰਦਾ ਹੈ। ਇਹ ਮਸ਼ੀਨ ਕਿਵੇਂ ਪੈਰ ਰੱਖੀਦਾ ਹੈ, ਕਿਵੇਂ ਦੋਹਾਂ ਪੈਰਾਂ ਦਾ ਸੰਤੁਲਨ ਬਣਦਾ ਹੈ। ਆਪਾਂ ਪੈਰਾਂ ਨਾਲ ਚੱਲਣਾ ਸਦਾ ਹੀ ਬਿਨਾਂ ਸੋਚੇ ਸਮਝੇ ਕਰਦੇ ਹਾਂ, ਸਦਾ ਹੀ ਕਰਦੇ ਆਪਣੇ ਆਪ ਵਿੱਚ ਥੋੜੇ ਹੀ ਇਸ ਚਾਲ ਨੂੰ ਸਮਝਦੇ ਹਨ। ਹੈ ਥੋੜਾ ਵਾਕ ਮੇਰਾ, ਕਿਉਂਕਿ ਕਿੰਨੇ ਕਿੰਨੇ ਚਿਰ ਲਾ ਕੇ ਮੈਂ ਲਿਖਦਾ ਹਾਂ, ਇੱਕ ਵਚਨ ਬਹੁ ਵਚਨ ਵਿੱਚ ਬਦਲ ਜਾਂਦਾ ਹੈ। ਉਹਦਾ ਸਰਬਨਾਮ ਕਦੀ ਉੱਤਮ ਹੋ ਗਿਆ, ਕਦੀ ਅਨਪੁਰਖ ਹੋ ਜਾਂਦਾ ਹੈ। ਤਾਂ ਗੱਲ ਇਤਨੀ ਕੁ ਸਮਝ ਚ ਆ ਗਈ ਕਿ ਆਪਾਂ ਚੱਲਦੇ ਸਰੀਰਕ ਕਈ ਕਿਰਿਆਵਾਂ ਹਨ ਜੋ ਕਰ ਰਹੇ ਹਾਂ, ਪਰ ਕਿਵੇਂ ਕਰਦੇ ਹਾਂ ਪਤਾ ਨਹੀਂ, ਹੋ ਰਿਹਾ ਹੈ, ਇਵੇਂ ਚੱਲਣਾ ਹੈ। ਹੁਣ ਚੱਲਣ ਬਾਰੇ ਸਾਨੂੰ ਇੰਨਾ ਹੀ ਪਤਾ ਹੈ ਕਿ ਪੈਰ ਪੁੱਟਿਆ ਤੇ ਰੱਖਿਆ, ਪਰ ਜਿਹੜੇ ਅਸਲੀ ਮਨੁੱਖੀ ਚਾਲ ਦੇ ਜਿਹੜੇ ਵਿਗਿਆਨੀ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਮਸਤਿਸ਼ਕ ਤੋਂ ਲੈ ਕੇ ਚੱਲਣ ਵਾਲੇ ਪੈਰਾਂ ਤੱਕ ਕਿੰਨਾ ਸਰੀਰਕ ਤੰਤਰ ਕੰਮ ਕਰਦਾ ਹੈ। ਜਿਹੋ ਜਿਹਾ ਸਾਡਾ ਗਿਆਨ ਚੱਲਣ ਬਾਰੇ ਹੈ, ਬਿਲਕੁਲ ਉਹੋ ਜਿਹਾ ਗਿਆਨ ਸਾਡਾ ਆਪਣੀ ਬੋਲੀ ਪ੍ਰਤੀ ਹੈ। ਆਪਾਂ ਬੋਲਦੇ ਹਾਂ, ਆਪਣੇ ਵਿਚਾਰ ਰੱਖਦੇ ਹਾਂ, ਭਾਸ਼ਣ ਕਰਦੇ ਹਾਂ, ਪਰ ਆਪਣੀ ਬੋਲੀ ਦੇ ਗਿਆਨ ਨੂੰ ਵਰਣਨ ਨਹੀਂ ਕਰ ਸਕਦੇ, ਲਿਖ ਨਹੀਂ ਸਕਦੇ, ਇਤਨਾ ਬਿਆਨ ਨਹੀਂ ਕਰ ਸਕਦੇ, ਲਿਖ ਸਕਦੇ ਕਿ ਦੂਜਾ ਉਸ ਤੋਂ ਲਾਭ ਲੈ ਸਕੇ। ਇਸ ਨੂੰ ਆਪਾਂ ਬੋਲੀ ਦਾ ਗੁਪਤ ਗਿਆਨ ਆਖਦੇ ਹਾਂ, ਕਿ ਸਾਡੇ ਪਾਸ ਬੋਲੀ ਦਾ ਗਿਆਨ ਹੈ। ਹੁਣ ਬੋਲੀ ਦਾ ਜਿਹੜਾ ਗਿਆਨ ਹੈ ਪਰ ਵਰਣਨ ਨਹੀਂ ਕਰ ਸਕਦੇ, ਉਸ ਨੂੰ ਇੱਕ ਸ਼ਬਦ ਦੇ ਦਿੱਤਾ ਹੈ ਗੁਪਤ ਗਿਆਨ। ਹੁਣ ਜਿਹੜਾ ਆਪਣਾ ਕੰਮ ਹੈ ਵਿਆਕਰਣੀ ਦਾ ਜਾਂ ਭਾਸ਼ਾ ਵਿਗਿਆਨੀ ਦਾ, ਉਹਦਾ ਕੰਮ ਕੀ ਹੈ ਕਿ ਭਾਸ਼ਾ ਵਿਗਿਆਨੀ ਦਾ ਕੰਮ ਹੈ ਬੋਲੀ ਦੇ ਗੁਪਤ ਗਿਆਨ ਨੂੰ ਸਮਝਣਾ ਅਤੇ ਸਮਝਾਣਾ। ਇਸ ਸਮਝਣਾ ਸ਼ਬਦ ਨੂੰ ਥੋੜਾ ਦੇਖਣਾ, ਜਿਸ ਤਰ੍ਹਾਂ ਮੈਂ ਪਿੱਛੇ ਵੀ ਬੋਲਿਆ ਹੈ ਕਿ ਬਹੁਤ ਵਰਖ ਮੈਂ ਜਦ ਪ੍ਰਚਾਰਕ ਸੀ, ਅੱਜ ਵੀ ਮੈਂ ਪ੍ਰਚਾਰਕ ਹੀ ਹਾਂ, ਪਰ ਹੁਣ ਦੂਜੇ ਰੂਪ ਦਾ ਹਾਂ। ਅਸੀਂ ਸਾਰੇ ਵਿਦਿਆਰਥੀ ਸਕੂਲਾਂ ਦੇ ਜਾਂ ਅੱਜ ਜਿਤਨੇ ਬਹੁਤ ਲੋਕ ਨੇ, ਉਹ ਕਿਤਾਬ ਤੋਂ ਗਿਆਨ ਪੜ੍ਹਿਆ, ਫਿਰ ਉਹਨੂੰ ਰੱਟ ਲਿਆ ਤੇ ਰੱਟ ਕੇ ਜਿਉਂ ਦੀ ਤਿਉਂ ਅੱਗੇ ਸੁਣਾ ਦਿੱਤਾ।
ਸਾਡੇ ਪਾਸ ਇੱਕ ਬੱਚਾ ਹੈ, ਇੱਕ ਦਿਨ ਮੈਨੂੰ ਯਾਦ ਹੈ ਅਸੀਂ ਉਹਨਾਂ ਨੂੰ ਪੁੱਛਿਆ ਖਰੇ ਨਾਮ ਕਿ ਸਰਬਨਾਮ, ਤਾਂ ਉਸ ਬੱਚੇ ਸਾਡੇ ਨੇ ਜਿਸ ਤਰ੍ਹਾਂ ਰਟਿਆ ਸੀ ਨਾ ਕਿਤਾਬ ਦੇ ਵਿੱਚੋਂ, ਜਿਉਂ ਦੀ ਤਿਉਂ ਸੁਣਾ ਦਿੱਤਾ। ਚੇਤੇ ਰੱਖਣਾ, ਜਦ ਕੋਈ ਬੋਲਦਾ ਹੈ ਨਾ ਤਾਂ ਬੋਲਣ ਤੋਂ ਹੀ ਪਤਾ ਲੱਗ ਜਾਂਦਾ ਵੀ ਇਹਨੇ ਰਟਿਆ ਹੋਇਆ ਸੁਣਾਇਆ ਮੈਨੂੰ। ਜਿਹੜਾ ਅਸੀਂ ਇੱਥੇ ਪੂਰੇ ਸਾਡੀ ਹੁੰਦਾ ਨਾ ਕਿ ਚੇਤੇ ਅੰਦਰ, ਮਨ ਦੇ ਅੰਦਰ ਇੱਕ ਭੰਡਾਰ ਰੂਪ ਚ ਗ੍ਰਹਿਣ ਕੀਤਾ ਹੁੰਦਾ ਹੈ ਬਹੁਤ ਸਾਰਾ ਗਿਆਨ, ਤੇ ਜਦੋਂ ਕੋਈ ਪੁੱਛਦਾ ਤੇ ਫਿਰ ਅਸੀਂ ਸੋਚ ਸਮਝ ਕੇ ਉਹਦੇ ਵਿੱਚੋਂ ਕੱਢਦੇ ਹਾਂ। ਪਰ ਜਿਹਦੇ ਕੋਲ ਭੰਡਾਰ ਨਹੀਂ ਹੁੰਦਾ, ਉਹਨੇ ਰਟਿਆ ਹੁੰਦਾ, ਰਟਿਆ ਰਟਾਇਆ ਸਿੱਧਾ ਸੁਣਾ ਦੇਗਾ। ਮੈਂ ਅੱਜ ਇਸ ਗੱਲ ਨੂੰ ਪੜ੍ਹਨਾ, ਰਟਣਾ, ਰਟਾਣਾ, ਉਹਨੂੰ ਸ਼ਬਦ ਉਹਦੀ ਥਾਂ ਤੇ ਵਰਤਦਾ ਹਾਂ, ਸਮਝਣਾ। ਭਾਸ਼ਾ ਵਿਗਿਆਨੀ ਰੱਟਾ ਗਿਆਨੀ ਨਹੀਂ ਹੁੰਦਾ। ਰੁਕ ਰੁਕ ਕੇ, ਭਾਸ਼ਾ ਵਿਗਿਆਨੀ ਜਿਹੜਾ ਵਿਗਿਆਨੀ ਹੈ ਨਾ, ਉਹ ਪੜ੍ਹਦਾ ਹੈ, ਲਿਖਦਾ ਹੈ, ਸਮਝਦਾ ਹੈ, ਪਰਖਦਾ ਹੈ, ਤੋਲਦਾ ਹੈ, ਵਰਤਦਾ ਹੈ। ਉਹ ਰੱਟਾ ਗਿਆਨੀ ਨਹੀਂ ਹੁੰਦਾ। ਉਹ ਚੁੰਚ ਗਿਆਨੀ, ਰੱਟਾ ਗਿਆਨੀ, ਨਕਲਚੀ ਗਿਆਨੀ ਨਹੀਂ ਹੁੰਦਾ। ਮੈਂ ਥੋੜਾ ਜ਼ੋਰ ਤਾਂ ਦੇ ਰਿਹਾ ਕਿ ਇਹ ਸਾਰਾ ਕੁਝ ਸਮਝਣਾ ਹੈ। ਜਿਹੜਾ ਭਾਸ਼ਾ ਵਿਗਿਆਨੀ ਹੈ, ਉਸ ਗੁਪਤ ਗਿਆਨ ਨੂੰ ਸਮਝਦਾ ਹੈ, ਬੋਲੀ ਦੇ ਵਿੱਚ ਜਿਹੜਾ ਉਹਦਾ ਪਿਆ ਹੈ। ਔਰ ਮੈਂ ਫਿਰ ਆਪ ਜੀ ਨੂੰ ਦੱਸਦਾ ਕਿ ਇਹ ਪੁਸਤਕਾਂ, ਜਿਵੇਂ ਮੈਂ ਪੁਸਤਕਾਂ ਬਹੁਤ ਪੜ੍ਹਦਾ, ਹੁਣ ਗੱਲ ਚੱਲ ਰਹੀ ਹੈ ਭਾਸ਼ਾ ਦੇ ਗਿਆਨ ਦੀ, ਔਰ ਪੁਸਤਕਾਂ, ਉੱਥੋਂ ਮੈਂ ਗਿਆਨ ਲੈ ਕੇ ਗੱਲ ਨੂੰ ਸਮਝ ਕੇ ਫਿਰ ਮੈਂ ਆਪਣੀ ਬੋਲੀ ਵਿੱਚੋਂ ਪਤਾ ਕਰਦਾ ਹਾਂ ਕਿ ਮੇਰੀ ਬੋਲੀ ਵਿੱਚ ਇਹ ਗਿਆਨ ਮੇਰਾ ਕੈਸਾ ਹੈ। ਔਰ ਜਿਤਨੇ ਗਿਆਨ ਦੀ ਮੈਂ ਹੁਣ ਇਹ ਗੱਲ ਕਰ ਰਿਹਾ ਨਾ, ਬੋਲੀ ਗਿਆਨ ਦੀ, ਉਹ ਤੁਹਾਡੀ ਮਾਤਰ ਬੋਲੀ ਦੀ ਹੈ, ਮੇਰੀ ਮਾਤਰ ਬੋਲੀ ਦੀ ਹੈ। ਗਿਆਨ ਨੂੰ ਸਮਝਣ ਦੀ ਤਕਨੀਕ ਹੈ, ਗਿਆਨ ਨੂੰ ਸਮਝਣਾ ਹੈ ਤੇ ਫਿਰ ਉਹ ਸਮਝਾਉਂਦਾ ਹੈ। ਹੁਣ ਚੇਤੇ ਰੱਖਣਾ, ਜਿਹੜਾ ਰੱਟਾ ਗਿਆਨੀ ਹੈ ਉਹ ਅੱਗੇ ਵੀ ਰੱਟਾ ਲਵਾਵੇਗਾ, ਨਿਆਣੇ ਉਹ ਰੱਟ ਲਓ। ਅਸੀਂ ਸਾਰੀ ਜ਼ਿੰਦਗੀ ਰੱਟਦੇ ਰਹੇ। ਮੈਨੂੰ ਅੱਜ ਪਤਾ ਲੱਗਾ ਕਿ ਅਸੀਂ ਸਾਰੀ ਜ਼ਿੰਦਗੀ ਮਾਰ ਖਾਂਦੇ ਰਹੇ, ਕਿਉਂਕਿ ਰਟਣਾ ਹੁੰਦਾ ਸੀ। ਦਿਮਾਗ ਕਿੰਨਾ ਕੁ ਰਟੇ। ਸਮਝਣਾ ਇੱਕ ਬਹੁਤ ਆਨੰਦਮਈ ਹੈ। ਜਿਨ੍ਹਾਂ ਨੇ ਵਿਆਕਰਨ ਰਟਿਆ, ਉਹਨਾਂ ਲਈ ਇਹ ਬੜਾ ਖੁਸ਼ਕ ਗਿਆਨ ਹੈ। ਚਲੋ ਅੱਗੇ ਤੁਰਦੇ ਹਾਂ। ਭਾਸ਼ਾ ਵਿਗਿਆਨੀ ਦਾ ਕੰਮ ਹੈ ਇਸ ਗੁਪਤ ਗਿਆਨ ਨੂੰ ਸਮਝਣਾ, ਫਿਰ ਸਮਝਾਣਾ। ਪਹਿਲਾਂ ਉਹ ਆਪ ਸਮਝਦਾ ਹੈ। ਤਾਂ ਮੈਂ ਪਿਛਲੇ ਪੱਤਰੇ ਨੂੰ ਅੱਗੇ ਲੈ ਕੇ ਆਇਆ, 2 ਪੱਤਰੇ ਅਜੇ ਮੇਰੇ ਹੋਰ ਹਨ। ਭਾਵੇਂ ਬਹੁਤਾ ਗਿਆਨ ਗੁਪਤ ਗਿਆਨ ਹੈ। ਇੱਥੇ ਗੱਲ ਨੂੰ ਆਪ ਜੀ ਸੰਭਾਲੀ ਰੱਖਣਾ ਕਿ ਭਾਸ਼ਾ ਵਿਗਿਆਨੀ ਦਾ ਕੰਮ ਗੁਪਤ ਗਿਆਨ ਨੂੰ ਸਮਝਣਾ ਹੁੰਦਾ ਹੈ। ਹੁਣ ਪਿੱਛੇ ਆਪਾਂ ਗੱਲ ਕੀਤੀ ਹੈ ਕਿ ਲੋਕ ਜੋ ਬੋਲੀ ਦੇ ਗਿਆਨ ਨੂੰ ਦੱਸ ਨਹੀਂ ਸਕਦੇ, ਉਹਨਾਂ ਕੋਲ ਗਿਆਨ ਹੈ, ਉਸ ਗਿਆਨ ਨੂੰ ਆਪਾਂ ਗੁਪਤ ਗਿਆਨ ਕਹਿ ਦਿੱਤਾ। ਹੁਣ ਅੱਗੇ ਗੱਲ ਇਹ ਹੈ ਕਿ ਭਾਵ ਹੈ ਬਹੁਤਾ ਗਿਆਨ ਗੁਪਤ ਗਿਆਨ ਹੈ। ਫਿਰ ਵੀ ਕੁਝ ਲੋਕ, ਮੈਂ ਕੁਝ ਸ਼ਬਦ ਵਰਤਿਆ ਹੈ, ਮੇਰੇ ਕੋਲ ਆਪਣੇ ਆਪ ਕੁਝ ਨਿਕਲ ਗਿਆ, ਕਿਉਂਕਿ ਕੁਝ ਸ਼ਬਦ ਅੱਜ ਪੰਜਾਬੀ ਵਿੱਚ ਹੈ, ਮੈਂ ਵੀ ਬੋਲਦਾ ਕੁਝ, ਪਰ ਗੁਰਬਾਣੀ ਵਿੱਚ ਕੁਝ ਦੀ ਥਾਂ ਕੁਝ ਹੈ, ਜੇ ਮੈਂ ਭੁੱਲਦਾ ਨਾ ਹੋਵਾਂ। ਕੁਝ ਲੋਕ ਆਪਣੇ ਭਾਸ਼ਾਈ ਗਿਆਨ ਨੂੰ ਪ੍ਰਗਟਾਉਂਦੇ ਹਨ, ਵਰਣਨ ਕਰਦੇ ਹਨ, ਜਿਤਨਾ ਕੁ ਉਹ ਜਾਣਦੇ ਹਨ। ਆਪਣੀ ਭਾਖਾ ਦੇ ਅਨੁਭਵੀ ਗਿਆਨ ਚੋਂ ਜੋ ਗਿਆਨ ਆਪਾਂ ਪ੍ਰਗਟ ਕਰ ਸਕਦੇ ਹਾਂ, ਉਸ ਨੂੰ ਬੋਲੀ ਪ੍ਰਦਰਸ਼ਨ
ਆਖ ਸਕਦੇ ਹਾਂ। ਸਾਡੇ ਕੋਲ ਦੋ ਸ਼ਬਦ ਹਨ ਜੋ ਆਰੰਭ ਵਿੱਚ ਮੈਂ ਕੀਤੇ ਸੀ। ਮੈਂ ਇੱਥੋਂ ਜਦੋਂ ਮੈਂ ਤੁਕ ਪੜ੍ਹੀ ਨਾ ਤੇ ਦੁਬਾਰਾ ਫਿਰ ਮੈਂ ਇੱਥੇ ਆ ਗਿਆ। ਤਾਂ ਇੱਥੇ ਮੈਂ ਦੋਵੇਂ ਸ਼ਬਦ ਇਕੱਠੇ ਕਰ ਲਏ, ਦੁਬਾਰਾ ਜਿਹੜੇ ਆਰੰਭ ਕੀਤੇ ਸੀ। ਇੱਕ ਸ਼ਬਦ ਹੈ ਭਾਸ਼ਾਈ ਸਮਰੱਥਾ, ਹਿੰਦੀ ਵਾਲੇ ਉਸ ਨੂੰ ਕਹਿੰਦੇ ਨੇ ਭਾਸ਼ਾਈ ਕਸ਼ਮਤਾ। ਅੰਗਰੇਜ਼ੀ ਦਾ ਇੱਕ ਸ਼ਬਦ ਹੈ ਲਿੰਗੁਇਸਟਿਕ ਕੰਪੀਟੈਂਸ, ਕੰਪੀਟ ਕਰਨਾ, ਭਾਸ਼ਾਈ ਕਸ਼ਮਤਾ। ਮੈਂ ਆਪਣੀ ਬੋਲੀ ਵਿੱਚ ਹੀ ਸਹੀ ਹਾਂ, ਭਾਸ਼ਾਈ ਸਮਰੱਥਾ। ਕੋਈ ਇੱਕ ਸ਼ਬਦ ਹੈ ਭਾਸ਼ਾਈ ਸਮਰੱਥਾ, ਇੱਕ ਸ਼ਬਦ ਹੈ ਭਾਸ਼ਾਈ ਪ੍ਰਦਰਸ਼ਨ। ਇਹ ਦੋਵੇਂ ਇੱਥੇ ਕਰ ਲੈਣੇ, ਭਾਸ਼ਾਈ ਪ੍ਰਦਰਸ਼ਨ ਤੇ ਭਾਸ਼ਾਈ ਸਮਰੱਥਾ। ਹੁਣ ਦੋਵਾਂ ਸ਼ਬਦਾਂ ਨੂੰ ਮੈਂ ਆਪਣੇ ਸ਼ਬਦਾਂ ਵਿੱਚ ਵਰਣਨ ਕਰਾਂਗਾ। ਇੱਥੇ ਵੀ ਥੋੜਾ ਬਹੁਤਾ ਲਿਖਿਆ ਹੈ। ਮਨੁੱਖੀ ਬੋਲੀ ਦੇ ਗਿਆਨ ਨੂੰ ਭਾਖਾ ਵਿਗਿਆਨੀ ਭਾਸ਼ਾਈ ਸਮਰੱਥਾ ਆਖਦੇ ਹਨ। ਵੀ ਜਿਹੜਾ ਕਿਸੇ ਮਨੁੱਖ ਦੇ ਪਾਸ ਗੁਪਤ ਗਿਆਨ ਪਿਆ ਹੋਇਆ ਹੈ ਨਾ, ਉਸ ਛਿਪੇ ਹੋਏ ਗਿਆਨ ਨੂੰ ਭਾਸ਼ਾ ਵਿਗਿਆਨੀ ਆਪਣੇ ਬੋਲੀ ਵਿੱਚ ਕਹਿੰਦੇ ਹਨ ਕਿ ਇਸ ਮਾਨਵ ਦੇ ਪਾਸ ਭਾਸ਼ਾਈ ਸਮਰੱਥਾ ਹੈ। ਭਾਵੇਂ ਅੱਗੇ ਜਾ ਕੇ ਸਪਸ਼ਟ ਹੋਵੇਗਾ, ਮੈਂ ਅੱਗੇ ਜਾ ਕੇ ਫਿਰ ਦੁਬਾਰਾ ਕਰਾਂਗਾ ਕਿ ਭਾਸ਼ਾਈ ਸਮਰੱਥਾ ਹੈ ਤੇ ਭਾਸ਼ਾਈ ਪ੍ਰਦਰਸ਼ਨ ਕਿਸ ਨੂੰ ਆਖਾਂਗੇ? ਭਾਸ਼ਾਈ ਗਿਆਨ ਨੂੰ ਪ੍ਰਗਟ ਜਾਂ ਵਰਣਨ ਕਰਨ ਨੂੰ ਭਾਸ਼ਾਈ ਪ੍ਰਦਰਸ਼ਨ ਆਖਦੇ ਹਨ। ਇਸੇ ਗੱਲ ਨੂੰ ਸਮਝਣ ਵਾਸਤੇ ਉਹ ਪਿਛਲਾ ਜਿਹੜਾ ਸੀ ਨਾ ਉਦਾਹਰਣ ਚੱਲਣ ਵਾਲਾ, ਉਹ ਫਿਰ ਲਿਆ, ਉਹ ਮੈਂ ਇੱਥੇ ਰੱਖਿਆ। ਹੁਣ ਗੱਲ ਥੋੜੀ, ਕਿਉਂਕਿ ਕਿਸੇ ਵੀ ਗੱਲ ਨੂੰ ਸਮਝਣ ਵਿੱਚ ਸਪਤਾਹ ਲੱਗਦੇ ਹਨ, ਦਿਨ ਨਹੀਂ, ਸਪਤਾਹ ਲੱਗਦੇ ਹਨ। ਔਰ ਮੈਂ ਇਹਦੇ ਉੱਤੇ ਅੱਜ ਨਵੰਬਰ 9 ਹੋ ਗਈ ਹੈ ਔਰ ਮੇਰੇ ਖਿਆਲ 'ਚ ਮੈਂ ਮਈ ਦਾ ਇਸ ਪਾਠ ਉੱਤੇ ਲੱਗਾ ਹੋਇਆ। ਮਈ, ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਬਹੁਤ ਮਾਹ ਬੀਤ ਗਏ ਹਨ। ਮੈਂ ਦੁਬਾਰਾ ਚੱਲਣ ਦਾ ਉਦਾਹਰਣ ਇੱਥੇ ਲੈ ਆਂਦਾ। ਚੱਲਣ ਵਾਲੇ ਉਦਾਹਰਣ ਨੂੰ ਫਿਰ ਤੋਂ ਵਿਚਾਰਦੇ ਹਾਂ। ਹੁਣ ਸਮਝ ਆ ਜਾਏਗੀ ਕਿ ਭਾਸ਼ਾਈ ਸਮਰੱਥਾ ਕੀ ਹੈ ਤੇ ਭਾਸ਼ਾਈ ਪ੍ਰਦਰਸ਼ਨ ਕੀ ਹੈ। ਮੰਨ ਲਓ ਕੋਈ ਵਿਅਕਤੀ ਚੱਲਣ ਦੇ ਯੋਗ ਹੈ। ਮੰਨ ਲਓ ਤੁਸੀਂ ਚੱਲਣ ਦੇ ਯੋਗ ਹੋ, ਮੈਂ ਚੱਲਣ ਦੇ ਯੋਗ ਹਾਂ। ਤੁਸੀਂ ਕਿਸੇ ਥਾਂ ਤੇ ਬੈਠੇ ਹੋ, ਚੱਲ ਨਹੀਂ ਰਹੇ ਪਰ ਬੈਠੇ ਹੋ, ਪਰ ਇਹ ਮੰਨਿਆ ਜਾਵੇਗਾ ਕਿ ਤੁਹਾਡੇ ਪਾਸ ਚੱਲਣ ਸਮਰੱਥਾ ਹੈ। ਇਹ ਤੇ ਮੰਨਿਆ ਜਾਵੇਗਾ ਕਿ ਭਾਵੇਂ ਤੁਸੀਂ ਉਸ ਵੇਲੇ ਚੱਲ ਨਹੀਂ ਰਹੇ ਪਰ ਤੁਹਾਡੇ ਪਾਸ ਚੱਲਣ ਦੀ ਸਮਰੱਥਾ ਹੈ। ਤੁਸੀਂ ਉੱਠ ਕੇ ਚੱਲੋਗੇ ਇੱਕ ਥਾਂ ਤੋਂ ਦੂਜੇ ਸਥਾਨ ਵੱਲ ਨੂੰ, ਤੇ ਇਸ ਨੂੰ ਕਹਾਂਗੇ ਚੱਲਣ ਪ੍ਰਦਰਸ਼ਨ। ਦੋ ਸ਼ਬਦ ਹੋ ਗਏ, ਚੱਲਣ ਸਮਰੱਥਾ, ਚੱਲਣ ਪ੍ਰਦਰਸ਼ਨ। ਫਿਰ ਦੁਬਾਰਾ, ਆਪਾਂ ਸਾਰੇ ਚੱਲਦੇ ਹਾਂ ਤੇ ਮੰਨ ਲਓ ਮੈਂ ਹੁਣ ਇੱਥੇ ਬੈਠਾ ਹਾਂ, ਤੁਸੀਂ ਬੈਠੇ ਹੋ, ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਅਸੀਂ ਚੱਲ ਨਹੀਂ ਰਹੇ ਪਰ ਚੱਲਣ ਦੀ ਸਮਰੱਥਾ ਹੈ ਸਾਡੇ ਪਾਸ। ਬੈਠੇ ਹਾਂ ਪਰ ਸਾਡੇ ਕੋਲ ਸਮਰੱਥਾ ਚੱਲਣ ਦੀ ਹੈ। ਪਰ ਜਦੋਂ ਚੱਲਦੇ ਹਾਂ ਉਦੋਂ ਆਪਾਂ ਕਹਿ ਸਕਦੇ ਹਾਂ ਕਿ ਚੱਲਣ ਸਮਰੱਥਾ। ਚੱਲਣ ਨੂੰ ਕਹਿਣਾ ਚੱਲਣ ਸਮਰੱਥਾ, ਤੇ ਜਦੋਂ ਬੈਠੇ ਹੋਏ ਆ ਉਦੋਂ ਚੱਲਣ ਸਮਰੱਥਾ ਸਾਡੇ ਪਾਸ ਪਈ ਹੋਈ ਹੈ। ਦੋ ਸ਼ਬਦ ਹੋ ਗਏ, ਚੱਲਣ ਸਮਰੱਥਾ ਤੇ ਚੱਲਣ ਪ੍ਰਦਰਸ਼ਨ। ਹੁਣ ਅਗਲੀ ਗੱਲ ਇੱਕ ਹੋਰ ਕਰਨ ਲੱਗੇ ਆ, ਨਵੀਂ ਵਧੀਆ ਕਰਨ ਲੱਗੇ ਆ। ਮੰਨ ਲਓ ਚਲਦੇ ਚਲਦੇ ਡਗਮਗਾ ਗਏ, ਲੜਖੜਾ ਗਏ। ਚਲਦੇ ਚਲਦੇ
ਡਗਮਗਾ ਗਈਆਂ, ਪੈਰ ਲੜਖੜਾ ਗਏ ਹਨ, ਡਿੱਗ ਪਈਆਂ, ਠੋਕਰ ਖਾ ਗਈਆਂ। ਇਸ ਦਾ ਅਰਥ ਇਹ ਨਹੀਂ ਹੋਵਾਗੂ। ਇਹ ਮੈਂ ਕਦੇ ਕਦੇ ਗੁਰਬਾਣੀ ਵਿਆਕਰਨ ਵਰਤ ਲੈਂਦਾ, ਹੋਵਾਗੂ। ਇਸ ਦਾ ਅਰਥ ਇਹ ਨਹੀਂ ਹੋਵਾਗੂ ਕਿ ਆਪ ਨੂੰ ਚੱਲਣਾ ਨਹੀਂ ਆਉਂਦਾ, ਜਾਂ ਇਹ ਨਹੀਂ ਅਰਥ ਹੋਵੇਗਾ ਕਿ ਤੁਹਾਡੇ ਪਾਸ ਚਾਲ ਸਮਰੱਥਾ ਨਹੀਂ ਹੈ। ਤੁਹਾਡੇ ਪਾਸ ਚਾਲ ਸਮਰੱਥਾ ਹੈ, ਪਰ ਕੀ ਹੋਇਆ ਕਿ ਜੋ ਤੁਹਾਡਾ ਚਾਲ ਪ੍ਰਦਰਸ਼ਨ ਹੈ ਉਹ ਖਰਾਬ ਹੋ ਗਿਆ। ਇੱਕ ਸ਼ਬਦ ਗੁਪਤ ਗਿਆਨ, ਇੱਕ ਸ਼ਬਦ ਹੋ ਗਿਆ ਭਾਸ਼ਾਈ ਸਮਰੱਥਾ, ਇੱਕ ਸ਼ਬਦ ਹੋ ਗਿਆ भाषाई प्रदर्शन, और एक हो गया खराब प्रदर्शन। हुण जदों वो ਚੱਲਣ ਵਿੱਚ ਡਗਮਗਾ ਗਏ ਤੇ ਸਮਝ ਲੈਣਾ ਕਿ ਅਸੀਂ ਬੋਲਣ ਵਿੱਚ ਜਦੋਂ ਡਗਮਗਾ ਜਾਂਦੇ ਆ, ਸਾਡਾ ਪ੍ਰਦਰਸ਼ਨ ਬੋਲੀ ਦਾ ਖਰਾਬ ਹੋ ਜਾਂਦਾ ਹੈ। ਪਰ ਇਹ ਫਿਰ ਵੀ ਮੰਨਣਾ ਪਵੇਗਾ ਕਿ ਸਾਡੇ ਪਾਸ ਸਮਰੱਥਾ ਤਾਂ ਹੈ, ਪਰ ਸਾਡੇ ਪਾਸ ਜਿਹੜਾ ਪ੍ਰਦਰਸ਼ਨ ਹੈ ਉਹ ਖਰਾਬ ਹੈ। ਮੈਂ ਦੁਬਾਰਾ ਫਿਰ ਅੱਗੇ ਇੱਥੇ ਕੀਤਾ ਹੋਇਆ ਹੈ ਕਿ ਖਰਾਬ ਪ੍ਰਦਰਸ਼ਨ ਦੇ ਕੁਝ ਕਾਰਨ ਹੋ ਸਕਦੇ ਹਨ। ਖਰਾਬ ਪ੍ਰਦਰਸ਼ਨ ਦੇ ਕੁਝ ਕਾਰਨ ਹੋ ਸਕਦੇ ਹਨ। ਜਦੋਂ ਆਪਾਂ ਚੱਲਣ ਲੱਗੇ ਹਾਂ, ਕੀ ਕਾਰਨ ਹੋ ਸਕਦੇ ਹਨ? ਚੱਲਣ ਵੇਲੇ ਪੂਰਾ ਧਿਆਨ ਨਾ ਦਿੱਤਾ ਹੋਵੇ, ਇਹ ਕਾਰਨ ਹੋ ਸਕਦਾ ਹੈ। ਜਾਂ ਰਾਹ ਜਾਂ ਸਥਾਨ ਸਮਤਲ ਨਾ ਹੋਵੇ ਜਿੱਥੇ ਅਸੀਂ ਤੁਰ ਰਹੇ ਹਾਂ, ਜਿਹਦੇ ਕਰਕੇ ਪ੍ਰਦਰਸ਼ਨ ਖਰਾਬ ਹੋਇਆ। ਅੰਧੇਰਾ ਹੋ ਸਕਦਾ ਹੈ, ਜਾਂ ਸੰਤੁਲਨ ਵਿਗੜ ਗਿਆ ਹੋਵੇ, ਜਿਹਨੂੰ ਆਪਾਂ ਕਹਿੰਦੇ ਬੈਲੈਂਸ ਨਹੀਂ ਰਿਹਾ, ਸੰਤੁਲਨ ਨਹੀਂ ਰਿਹਾ, ਕੋਈ ਵੀ ਕਾਰਨ। ਤਾਂ ਇੱਥੇ ਇੰਨੇ ਕੁ ਉਦਾਹਰਨ ਵਿੱਚ ਇੱਥੋਂ ਲੈ ਕੇ ਇੱਥੇ ਤੱਕ ਇਹ ਚੱਲਣ ਦਾ ਉਦਾਹਰਨ ਹੈ, ਜਿਸ ਨੂੰ ਮੇਰੇ ਸ਼ਬਦਾਂ ਨੂੰ ਤੁਸੀਂ ਹੋਰ ਵਧੀਆ ਕਰ ਲੈਣਾ। ਮੈਂ ਇਹ ਗੱਲ ਸਿਰਫ ਸਮਝੀ ਹੈ, ਔਰ ਹੁਣ ਮੈਂ ਬਿਨਾਂ ਇਸ ਪੱਤਰੇ ਨੂੰ ਵੇਖਣ ਤੋਂ ਜਾਂ ਬਿਨਾਂ ਕਿਤਾਬ ਨੂੰ ਵੇਖਣ ਤੋਂ, ਮੈਂ ਜਿਵੇਂ ਆਪ ਜੀ ਨੂੰ ਇਸ ਤੋਂ ਪਹਿਲਾਂ ਕਿਹਾ ਸੀ ਨਾ ਕਿ ਇਹ ਵੀ ਇੱਕ ਨਵਾਂ ਇੱਕ ਉਹ ਮਿਲਿਆ ਆਪਾਂ ਨੂੰ, ਵਿਧੀ ਮਿਲੀ ਕਿ ਗਿਆਨ ਨੂੰ ਰਟਣਾ ਨਹੀਂ ਹੈ, ਸਮਝਣਾ ਹੈ। ਭਾਸ਼ਾਈ ਗਿਆਨ ਨੂੰ ਇੱਕ ਉਦਾਹਰਨ ਨਾਲ ਸਮਝ ਲਿਆ ਤੇ ਉਦਾਹਰਨ ਚੱਲਣ ਦਾ ਲੈ ਲਿਆ। ਸੰਖੇਪ ਵਿੱਚ ਦੁਬਾਰਾ ਕਰ ਲੈਂਦੇ ਹਾਂ ਕਿ ਕੋਈ ਵੀ ਵਿਅਕਤੀ ਹੈ, ਮੈਂ ਹੋਵਾਂ, ਤੁਸੀਂ ਹੋਵੋ, ਕੋਈ ਹੋਵੇ, ਉਹ ਲੂਲਾ ਲੰਗੜਾ ਨਹੀਂ, ਉਹਨੂੰ ਲੂਲੇ ਪਿੰਗਲੇ ਦੇ ਵਿੱਚ ਚੱਲਣ ਦੀ ਸਮਰੱਥਾ ਨਹੀਂ ਹੈ। ਕਈ ਵਾਰ ਹੁੰਦਾ ਨਹੀਂ, ਪਿੰਗਲਾ ਆਪਾਂ ਕਹਿ ਦਿੰਦੇ ਆ, ਲੂਲਾ ਹੈ, ਪਿੰਗਲਾ ਹੈ, ਜਿਹਦੇ ਹੱਥ ਪੈਰ ਕੰਮ ਨਹੀਂ ਕਰਦੇ, ਉਸਨੂੰ ਆਪਾਂ ਲੂਲਾ ਪਿੰਗਲਾ ਕਹਿ ਦਿੰਦੇ ਆ। ਕਿ ਕੋਈ ਐਸਾ ਵਿਅਕਤੀ ਹੈ, ਉਹਦੇ ਕੋਲ ਚੱਲਣ ਸਮਰੱਥਾ ਨਹੀਂ, ਉਹ ਚੱਲ ਹੀ ਨਹੀਂ ਸਕਦਾ। ਨਾ ਚੱਲਣ ਸਮਰੱਥਾ ਹੈ, ਨਾ ਉਹਦੇ ਕੋਲ ਚੱਲਣ ਪ੍ਰਦਰਸ਼ਨ ਹੈ। ਪਰ ਬਹੁਤ ਜੋ ਜੀਵ ਹਨ, ਆਪਾਂ ਹਾਂ, ਸਾਡੇ ਪਾਸ ਚੱਲਣ ਦੀ ਸਮਰੱਥਾ ਹੈ, ਆਪਾਂ ਚੱਲਦੇ ਹਾਂ। ਹੁਣ ਮੰਨ ਲਓ ਆਪਾਂ ਕਿਸੇ ਥਾਂ ਤੇ ਬੈਠੇ ਹਾਂ, ਜਦ ਬੈਠੇ ਹਾਂ ਤਾਂ ਵੀ ਮੰਨਣਾ ਪਵੇਗਾ ਕਿ ਸਾਡੇ ਪਾਸ ਸਮਰੱਥਾ ਤਾਂ ਹੈ, ਜਿਵੇਂ ਪਿੰਗਲੇ ਲੂਲੇ ਪਾਸ ਸਮਰੱਥਾ ਨਹੀਂ ਹੈ। ਕਿਵੇਂ ਕਰਨਾ, ਉਹਨਾਂ ਵਿੱਚੋਂ ਕੋਈ ਵਿਅਕਤੀ ਅਗਰ ਸੁਣਦਾ ਹੋਵੇ, ਮੈਂ ਸਿਰਫ ਉਦਾਹਰਨ ਲੈ ਰਿਹਾ ਗੱਲ ਸਮਝਣ ਵਾਸਤੇ, ਕਿ ਕਿਸੇ ਦੇ ਪਾਸ ਚੱਲਣ ਸਮਰੱਥਾ ਨਹੀਂ ਹੈ, ਪਰ ਸਾਡੇ ਪਾਸ ਚੱਲਣ ਸਮਰੱਥਾ ਨਹੀਂ, ਤੇ ਆਪਾਂ ਉਂਝ ਬੈਠੇ ਹਾਂ। ਹੁਣ ਬੈਠੇ ਹੋਇਆ ਵੀ ਸਾਡੇ ਪਾਸ ਚੱਲਣ ਸਮਰੱਥਾ ਹੈ, ਤੇ ਜਦੋਂ ਉੱਠ ਕੇ ਤੁਰਾਂਗੇ ਤੇ ਉਸ ਚੱਲਣ ਨੂੰ ਆਪਾਂ ਆਖ ਦਿੰਦੇ ਹਾਂ ਚੱਲਣ ਪ੍ਰਦਰਸ਼ਨ। ਦੋ ਚੀਜ਼ਾਂ ਹੋ ਗਈਆਂ, ਚੱਲਣ ਸਮਰੱਥਾ, ਚੱਲਣ ਪ੍ਰਦਰਸ਼ਨ। ਤੇ ਤੀਜੀ ਗੱਲ ਇੱਥੇ ਕੀਤੀ ਹੈ ਕਿ ਕਦੇ ਕਦੇ ਸਾਡਾ ਜਿਹੜਾ ਚੱਲਣ ਪ੍ਰਦਰਸ਼ਨ ਹੈ ਉਹ ਸਹੀ ਨਹੀਂ ਰਹਿੰਦਾ, ਖਰਾਬ ਹੋ ਜਾਂਦਾ ਹੈ। ਉਹਦਾ ਕੋਈ ਵੀ ਕਾਰਨ ਹੋ ਸਕਦਾ ਹੈ, ਜਿਸ ਤਰ੍ਹਾਂ ਚੱਲਦਿਆਂ ਠੋਕਰ ਲੱਗ ਗਈ, ਲੜਖੜਾ ਗਏ, ਜਾਂ ਵੇਖਿਆ
ਕਿਸੇ ਵੇਲੇ ਅੰਧੇਰਾ ਹੈ, ਰਾਹ ਸਮਤਲ ਨਹੀਂ ਹੈ, ਜਾਂ ਕੋਈ ਵੀ ਕਾਰਨ ਹੋ ਸਕਦਾ ਹੈ। ਠੀਕ ਹੈ, ਤੁਸੀਂ ਜਿਤਨੇ ਮਰਜ਼ੀ ਗਿਣ ਲੈਣਾ, ਪਰ ਆਪਾਂ ਜਦੋਂ ਚੱਲਣ ਪ੍ਰਦਰਸ਼ਨ ਖਰਾਬ ਹੋ ਗਿਆ ਤਾਂ ਇਸ ਨੂੰ ਆਪਾਂ ਖਰਾਬ ਪ੍ਰਦਰਸ਼ਨ ਕਵਾਂਗੇ। ਅਗਰ ਸਹੀ ਚੱਲਣ ਹੋਇਆ ਤਾਂ ਉਸ ਆਪਾਂ ਚੱਲਣ ਪ੍ਰਦਰਸ਼ਨ ਸਹੀ ਕਵਾਂਗੇ, ਪਰ ਨਹੀਂ ਵੀ ਚੱਲ ਰਹੀ ਤਾਂ ਵੀ ਆਪਾਂ ਕਵਾਂਗੇ ਚੱਲਣ ਸਮਰੱਥਾ ਹੈ। ਚੱਲਣ ਸਮਰੱਥਾ, ਚੱਲਣ ਪ੍ਰਦਰਸ਼ਨ ਤੇ ਖਰਾਬ ਪ੍ਰਦਰਸ਼ਨ 3 ਸ਼ਬਦ ਹੋ ਗਏ। ਹੁਣ ਇਸੇ ਤਰ੍ਹਾਂ ਆਪਾਂ ਮੰਨ ਲਈਏ ਕਿ ਇੱਕ ਹੋ ਗਿਆ ਭਾਖਾ ਸਮਰੱਥਾ, ਇੱਕ ਹੋ ਗਿਆ ਭਾਖਾ ਪ੍ਰਦਰਸ਼ਨ, ਇੱਕ ਹੋ ਗਿਆ ਖਰਾਬ ਪ੍ਰਦਰਸ਼ਨ। ਉਹ ਸਾਡੇ ਪਾਸ भाषा समर्था सब दे पास है, जितने भी बोली बोलते हैं, पर कुछ लोग उस भाषा ਨੂੰ ਵਰਣਨ ਕਰ ਸਕਦੇ ਹਨ, ਭਾਸ਼ਾ ਪ੍ਰਦਰਸ਼ਨ ਵੀ ਕਰ ਸਕਦੇ ਹਨ। ਪਰ ਜਦੋਂ ਭਾਸ਼ਾ ਪ੍ਰਦਰਸ਼ਨ ਖਰਾਬ ਹੁੰਦਾ ਹੈ, ਉਹਦੇ ਕੁਝ ਕਾਰਨ ਹਨ। ਉਹਦੇ ਕੁਝ ਕਾਰਨ ਕਿਹੜੇ ਹਨ, ਉਹ ਵੀ ਸੰਖੇਪ ਵਿੱਚ ਜੋ ਉਹਨਾਂ ਦਿੱਤੇ ਹਨ। ਮੈਂ ਅਜੇ ਬਹੁਤ ਕੁਝ ਵਿੱਚ ਜੋੜਨਾ ਚਾਹੁੰਦਾ ਹਾਂ। ਕਿਹੜੇ ਹਨ ਕਿ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਇਸੇ ਪ੍ਰਕਾਰ ਭਾਖਾ ਦੇ ਵਰਣਨ ਕਰਨ ਲੱਗਿਆਂ ਕੁਝ ਅਸ਼ੁੱਧੀਆਂ ਅਸੀਂ ਵਰਣਨ ਕਰਨ ਵਿੱਚ, ਉਚਾਰਨ ਵਿੱਚ ਅਸ਼ੁੱਧੀਆਂ ਕਰਦੇ ਹਾਂ, ਭੁੱਲਾਂ ਕਰਦੇ ਹਾਂ, ਕਮਜ਼ੋਰੀਆਂ ਹੋ ਜਾਂਦੀਆਂ ਹਨ। ਕੁਝ ਇਹ ਸੰਖੇਪ ਹੈ, ਤੁਸੀਂ ਇਸ ਨੂੰ ਵਧਾ ਲੈਣਾ ਕਿਵੇਂ ਕਿ ਆਪਾਂ ਜੋ ਸ਼ਬਦ ਬੋਲਣਾ ਸੀ, ਸ਼ਬਦ ਯਾਦ ਨਾ ਰੱਖ ਸਕਣਾ, ਸ਼ਬਦ ਯਾਦ ਨਹੀਂ ਹੈ ਤਾਂ ਪ੍ਰਦਰਸ਼ਨ ਉਖੜ ਗਿਆ, ਉਚਾਰਨ ਅਸ਼ੁੱਧ ਹੋਣਾ, ਉਚਾਰਨ ਸਹੀ ਨਹੀਂ ਨਿਕਲ ਰਿਹਾ। ਸਹੀ ਉਚਾਰਨ ਦਾ ਅਰਥ ਵੀ ਉਹਦੇ ਵਿੱਚ ਜੋ ਵਿਆਕਰਨ ਨਿਯਮ ਹੈ ਉਹ ਪੂਰਾ ਨਹੀਂ ਲੱਗਾ, ਗਿਆ ਦਾ ਗਈ ਹੋ ਗਿਆ, ਗਈ ਦਾ ਗਿਆ ਹੋ ਗਿਆ। ਜਿਵੇਂ ਮੇਰੀ ਅੰਗਰੇਜ਼ੀ ਹੈ, ਮੈਨੂੰ ਆਵਾਜ਼ ਵਰ ਵਿੱਚ ਪਤਾ ਹੀ ਨਹੀਂ ਲੱਗਦਾ। ਜਾਂ ਇੱਕ ਹੋਰ ਹੁੰਦਾ ਹੈ ਅਸ਼ੁੱਧ ਉਚਾਰਨ ਦਾ, ਕਿ ਆਪਾਂ ਜੋ ਬਾਤ ਕਰਦੇ ਹਾਂ, ਸ਼ਬਦ ਬੋਲਦੇ ਹਾਂ, ਉਹ ਸਪਸ਼ਟ ਨਹੀਂ ਨਿਕਲਦਾ। ਇਹ ਵੀ ਇੱਕ ਕਾਰਨ ਹੈ, ਜੇ ਵਿਆਖਿਆ ਨਹੀਂ ਕਰ ਰਹੇ, ਸੰਖੇਪ ਹੈ। ਵਾਕ ਵਿੱਚ ਸ਼ਬਦ ਸਹੀ ਕ੍ਰਮ ਵਿੱਚ ਰੱਖ ਨਾ ਸਕਣਾ, ਕਿ ਜਦੋਂ ਆਪਾਂ ਵਾਕ ਬੋਲਦੇ ਹਾਂ ਤਾਂ ਉਸ ਵੇਲੇ ਜੋ ਸ਼ਬਦ ਕ੍ਰਮ ਹੈ ਉਹ ਸਹੀ ਨਹੀਂ ਰਹਿ ਜਾਂਦਾ ਕਿ ਪਹਿਲਾ ਸ਼ਬਦ ਕਿਹੜਾ ਬੋਲਣਾ ਹੈ, ਵਾਕ ਵਿੱਚ ਦੂਜਾ ਸ਼ਬਦ ਕਿਹੜਾ ਟਿਕਾਣਾ ਹੈ। ਕਦੇ ਕਦੇ ਇਹਨਾਂ ਨੇ ਲਿਖਿਆ ਕਿ ਆਪਾਂ ਥੱਕੇ ਹੁੰਦੇ ਹਾਂ ਤਾਂ ਪ੍ਰਦਰਸ਼ਨ ਨਹੀਂ ਹੁੰਦਾ। ਕਦੇ ਕਦੇ ਇਹ ਵੀ ਕਾਰਨ ਹੈ ਕਿ ਮਨ ਦਾ ਟਿਕਾਊ ਨਾ ਹੋਣਾ, ਜਾਂ ਇੱਕ ਸਾਡੇ ਵਿੱਚ ਹੈ ਸਹਜਤਾ ਨਾ ਹੋਣਾ। ਐਸੇ ਪ੍ਰਦਰਸ਼ਨ ਖਰਾਬ ਕਰਨ ਦੇ ਕੁਝ ਕਾਰਨ ਹਨ। ਪਰ ਫਿਰ ਵੀ ਐਸੀ ਅਵਸਥਾ ਵਿੱਚ ਇਹ ਕਹਿਣਾ ਚਾਹੀਏ ਕਿ ਭਾਸ਼ਾਈ ਸਮਰੱਥਾ ਤਾਂ ਹੈ, ਪਰ ਪ੍ਰਦਰਸ਼ਨ ਵਿੱਚ ਕਮਜ਼ੋਰੀ ਹੈ, ਖਰਾਬੀ ਹੈ। ਇੱਥੇ ਮੈਂ ਲੀਕ ਲਾ ਦਿੱਤੀ ਹੈ, ਥੋੜਾ ਜਿਹਾ ਜੋ ਬਾਤ ਕੀਤੀ ਆ ਉਹਨਾਂ ਤੇ ਆਧਾਰਿਤ ਕੀਤੀ ਹੈ, ਕਿਉਂਕਿ ਜੋ ਇਹ ਪੁਸਤਕ ਭਾਸ਼ਾ ਵਿਗਿਆਨ ਦੀ ਆਪਾਂ ਪੜ੍ਹ ਰਹੇ ਹਾਂ, ਉਹਨਾਂ ਦਾ ਸੰਬੰਧ ਕੇਵਲ ਜੋ ਸਾਡੀ ਮਾਨਵ ਦੀ ਆਪਣੀ ਨਿੱਜੀ ਬੋਲੀ ਹੈ ਉਹਦੇ ਤੱਕ ਸੀਮਤ ਹੈ, ਜਿਹਨੂੰ ਮਾਤਰੀ ਭਾਸ਼ਾ ਕਹਿੰਦੇ ਹਾਂ। ਪਰ ਜਿਸ ਭਾਸ਼ਾਈ ਸਮਰੱਥਾ ਦੀ ਤੇ ਭਾਸ਼ਾਈ ਪ੍ਰਦਰਸ਼ਨ ਦੀ ਦਾਸ ਗੱਲ ਕਰਦਾ ਹੈ ਜਾਂ ਕਰੇਗਾ, ਜਾਂ ਜੋ ਗੁਰਬਾਣੀ ਨੂੰ ਚਾਹੀਦਾ ਹੈ, ਉਹਦੇ ਵਾਸਤੇ ਇਸੇ ਇਤਨਾ ਕੁ ਜੋ ਮੈਂ ਲਿਖਿਆ ਬਹੁਤ ਕੁਝ ਵਿੱਚ ਜੋੜਨਾ ਹੈ। ਕਿਉਂਕਿ ਮੈਂ ਆਪ ਜੀ ਦੇ ਸਾਹਮਣੇ ਜੋ ਹੁਣ ਗੱਲ ਕਰ ਰਿਹਾ, ਜਿਸ ਰੂਪ ਵਿੱਚ ਕਰ ਰਿਹਾ, ਮੈਨੂੰ ਇੱਥੇ ਤੱਕ ਪਹੁੰਚਣ ਲੱਗਿਆ ਹਜ਼ਾਰਾਂ ਘੰਟੇ ਲੱਗ ਗਏ। तो मैं आज छेती छेती
ਥੋੜਾ ਜਿਹਾ ਵਿੱਚ ਜੋ ਬਹੁਤ ਵੱਡਾ ਜੋੜਨਾ ਚਾਹੁੰਦਾ ਹਾਂ, ਉਹਦੇ ਵਿੱਚ ਥੋੜਾ ਜਿਹਾ ਮੈਂ ਛੇਤੀ-ਛੇਤੀ ਇੱਥੇ ਲਿਖ ਦਿੱਤਾ। ਭਾਸ਼ਾਈ ਪ੍ਰਦਰਸ਼ਨ ਜਿਹੜਾ ਖਰਾਬ ਹੈ, ਉਹਦੇ ਕਈ ਕਾਰਨ ਹੋਰ ਵੀ ਹਨ, ਜੋ ਇਹ ਯੂਨੀਵਰਸਿਟੀਆਂ ਨਹੀਂ ਲਿਖਿਆ। ਜੋ ਮੈਨੂੰ ਪਤਾ ਹੈ ਕਿ ਮੇਰੀ ਗੁਰਬਾਣੀ ਨੂੰ ਮੈਨੂੰ ਕਿੰਨੇ ਕੁ ਗਿਆਨ ਦੀ ਹੋਰ ਲੋੜ ਹੈ, ਤਾਂ ਮੈਂ ਉਸ ਵਿੱਚੋਂ ਥੋੜਾ ਜਿਹਾ ਆਪਣੇ ਇਸ ਜੋ ਗੁਰਮੁਖਾਂ ਦਾ ਪਰਿਵਾਰ ਹੈ, ਉਹਨਾਂ ਅੱਗੇ ਇਹ ਥੋੜਾ ਜਿਹਾ ਰੱਖ ਰਿਹਾ। ਅਜੇ ਇਹ ਸੰਖੇਪ ਹੈ। ਕੀ ਇਹ ਸੰਖੇਪ ਲਿਖਿਆ, ਸਾਰਾ ਸੰਖੇਪ ਅੱਜ ਸੁਬਾਹ ਲਿਖਿਆ, ਜਦ ਕਿ ਮੈਂ ਨਾਮ ਮੋਰ ਤੇ ਇਹ ਪਹਿਲਾਂ ਲਾ ਬੈਠਾ ਸੀ। ਔਰ ਇਹ ਜਿਹੜਾ ਮੇਰਾ ਪੱਤਰਾ ਹੈ, ਇਹ ਮੈਂ ਰਾਤੀ 12:10 ਵਿੱਚ ਪੂਰਾ ਕਰਕੇ ਤੇ ਮੈਂ ਇਸ ਨੂੰ ਪਾ ਦਿੱਤਾ ਸੀ। ਪਰ ਆ ਮੈਂ ਅੱਜ ਲਿਖਿਆ ਹੈ। ਕੀ ਲਿਖਿਆ? ਐਸੀਆਂ ਪੁਸਤਕਾਂ ਦਾ ਅਧਿਐਨ ਕਰਨਾ। ਮੈਂ ਸੰਖੇਪ ਵਿੱਚ ਬੋਲ ਰਿਹਾ। ਐਸੀਆਂ ਪੁਸਤਕਾਂ ਦਾ ਅਧਿਐਨ ਕਰਨਾ ਚਾਹੀਏ ਜੋ ਕਿਸੇ, ਇੱਥੇ ਮੈਂ ਬਰੈਕਟ ਚ ਲਿਖਾਰੀਆਂ ਲਿਖਿਆ ਹੋਇਆ ਸ਼ਬਦ, ਜੋ ਕਿਸੇ ਲਿਖਾਰੀਆਂ ਵੱਲੋਂ ਬਹੁਤ ਖੋਜ ਨਾਲ ਲਿਖੀਆਂ ਹੋਣ। ਐਸੀਆਂ ਪੁਸਤਕਾਂ ਦਾ ਅਧਿਐਨ ਕਰਨਾ ਜੋ ਬੜੀਆਂ ਖੋਜ ਨਾਲ ਲਿਖੀਆਂ ਹੋਣ, ਜਿਸ ਦਾ ਅੱਗੇ ਲਿਖਿਆ ਹੈ ਖੋਜੀ ਅਨੁਭਵੀ ਲਿਖਾਰੀਆਂ ਦੀਆਂ ਲਿਖੀਆਂ ਹੋਣ। ਐਸੀਆਂ ਪੁਸਤਕਾਂ ਦਾ ਅਧਿਐਨ ਕਰਨਾ ਚਾਹੀਏ। ਮੈਂ ਅਧਿਐਨ ਸ਼ਬਦ ਵਰਤਦਾ, ਇਹ ਨਹੀਂ ਕਿਹਾ ਕਿ ਪੜ੍ਹਨੀਆਂ ਚਾਹੀਏ, ਕਿਉਂਕਿ ਮੇਰੀ ਦ੍ਰਿਸ਼ਟੀ ਵਿੱਚ ਪੜ੍ਹਨਾ, ਅਧਿਐਨ ਕਰਨਾ ਦੋ ਬਿਲਕੁਲ ਵੱਖਰੇ ਵੱਖਰੇ ਹਨ। ਇਸੇ ਕਰਕੇ ਅਸੀਂ ਅਧਿਐਨ ਸ਼ਬਦ ਵਰਤਦੇ ਹਾਂ। ਪਹਿਲਾਂ ਪੜ੍ਹਦੇ ਹਾਂ ਤੇ ਰਟਦੇ ਸੀ, ਪਹਿਲਾਂ ਦੂਜਿਆਂ ਵਾਂਗੂ ਪੜ੍ਹਦੇ ਸੀ ਤੇ ਰਟਦੇ ਸੀ, ਪਰ ਹੁਣ ਅਸੀਂ ਪੜ੍ਹਦੇ ਹਾਂ, ਫਿਰ ਅਧਿਐਨ ਕਰਦੇ ਹਾਂ, ਪਰਖਦੇ ਹਾਂ, ਸਮਝਦੇ ਹਾਂ, ਤੋਲਦੇ ਹਾਂ। ਤੇ ਮੈਂ ਇਹ ਇੱਥੇ ਕਹਿਣ ਲੱਗਾ ਕਿ ਅੱਜ ਦੇ ਸਮੇਂ ਜਿਵੇਂ ਹਰ ਚੀਜ਼ ਵਿੱਚ ਉਹ ਹੁੰਦਾ ਨਹੀਂ ਕਿ ਮਾਇਆ ਉਹ ਪੁੱਤਰਾ ਕੈਸੇ ਨਚਤ ਹੈ, ਮਾਇਆ ਬੜੀਆਂ ਥਾਵਾਂ ਤੇ ਬੰਦੇ ਨੂੰ ਨਚਾਉਂਦੀ ਹੈ। ਇਸੇ ਤਰ੍ਹਾਂ ਮੇਰੀ ਆਪਣੀ ਜਾਚ ਇਹ ਹੈ ਕਿ ਬਹੁਤ ਸਾਰੇ ਇਸ ਲਿਖਾਰੀ ਖੇਤਰ ਵਿੱਚ ਵੀ ਵਾਸਤਵਿਕ ਲਿਖਾਰੀ ਨਹੀਂ ਹੁੰਦੇ, ਜੋ ਖੋਜੀ ਹੋਣ, ਅਨੁਭਵੀ ਹੋਣ, ਜਿਨ੍ਹਾਂ ਦਾ ਗਿਆਨ ਅਨੁਭਵ ਦੇ ਵਿੱਚੋਂ ਨਿਕਲਿਆ ਹੋਵੇ। ਤੇ ਮੈਂ ਇੱਥੇ ਉਹਨਾਂ ਅਨੁਭਵੀਆਂ ਦੇ ਵਿੱਚੋਂ ਥੋੜੇ ਜਿਹੇ ਸੱਜਣਾ ਦਾ ਨਾਮ ਲੈ ਰਿਹਾ, ਥੋੜੇ ਜਿਹੇ। ਕਦੀ ਹੋ ਸਕਿਆ ਭਾਵੇਂ ਅਗਲੀ ਵਾਰੀ, ਜਾਂ ਕਦੇ ਫਿਰ ਹੋ ਸਕਿਆ ਤੇ ਦਾਸ ਦੀ ਇੱਛਾ ਹੈ ਕਿ 2000 ਨਹੀਂ 1990 ਤੋਂ ਲੈ ਕੇ 2024 ਤੱਕ 34 ਵਰਖਾਂ ਵਿੱਚ ਜਿਤਨੇ ਪੜ੍ਹੇ, ਉਹਦੇ ਵਿੱਚੋਂ ਕੁਝ 94 ਗ੍ਰੰਥ, 94 ਪੁਸਤਕਾਂ ਤੇ 94 ਲਿਖਾਰੀਆਂ ਨੂੰ ਮੈਂ ਆਪ ਜੀ ਦੇ ਅੱਗੇ ਰੱਖਾਂ। ਇਸ ਲਈ ਨਹੀਂ ਕਿ ਮੈਂ ਇਹ ਪੜ੍ਹੀਆਂ ਨੇ, ਨਹੀਂ, ਇਸ ਲਈ ਕਿ ਇਹਨਾਂ ਪੁਸਤਕਾਂ ਵਿੱਚੋਂ ਮੈਨੂੰ ਬਹੁਤ ਗਿਆਨ ਮਿਲਿਆ। ਆਪ ਪੜ੍ਹੋਗੇ ਤੇ ਹੋ ਸਕਦਾ ਤੁਸੀਂ ਮੇਰੇ ਤੋਂ ਵੀ ਜ਼ਿਆਦਾ ਗਿਆਨ ਲਓ। ਤਾਂ ਉਹਨਾਂ ਵਿੱਚੋਂ ਮੈਂ ਜਿਨ੍ਹਾਂ ਦਾ ਨਾਮ ਲੈ ਰਿਹਾ, ਉਹਨਾਂ ਦੇ ਵਾਸਤੇ ਮੈਂ ਦੋ ਸ਼ਬਦ ਵਰਤੇ ਨੇ, ਖੋਜੀ ਲਿਖਾਰੀ ਤੇ ਅਨੁਭਵੀ ਲਿਖਾਰੀ। ਖੋਜੀ ਦਾ ਅਰਥ ਹੁੰਦਾ ਹੈ ਜੋ ਸਹੀ ਤੱਤ ਦੀ ਖੋਜ ਕਰਦੇ ਹਨ, ਤੇ ਅਨੁਭਵੀ ਹੁੰਦਾ ਹੈ ਖੋਜ ਕਰ ਕਰਕੇ ਉਹਨੂੰ ਪ੍ਰਯੋਗ ਕਰਦੇ ਹਨ ਤੇ ਆਪਣੇ ਅਨੁਭਵ ਵਿੱਚ ਲਿਆ ਕੇ ਫਿਰ ਲਿਖਦੇ ਹਨ। ਐਸੇ ਲਿਖਾਰੀਆਂ ਨੂੰ ਪੜ੍ਹਨਾ ਚਾਹੀਏ। ਉਹਨਾਂ ਚੋਂ ਦਾਸ ਨੇ ਥੋੜੇ ਜਿਹੇ ਲਿਖੇ ਹਨ ਜੋ ਮੈਨੂੰ 94 ਲੱਗੇ। ਉਹਨਾਂ ਵਿੱਚੋਂ ਪਹਿਲਾ ਨਾਮ ਹੈ ਇਹ, ਔਰ ਅੱਜ ਤੱਕ ਪਹਿਲਾ ਰਿਹਾ। ਪਹਿਲਾਂ ਕਈ ਨਾਮ ਸਨ, ਪਰ ਬਾਕੀ ਨਾਮ ਪਿੱਛੇ ਚਲੇ ਗਏ। ਪਹਿਲਾ ਨਾਮ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ।
ਔਰ ਕਦੀ ਕਿਸੇ ਦਿਨ ਜੇ ਮੈਨੂੰ ਮੌਕਾ ਮਿਲਿਆ ਸਿੱਖ ਸੰਗਤ ਅੱਗੇ ਬੇਨਤੀ ਕਰਨ ਦਾ, ਤੇ ਮੈਂ ਖੁੱਲ੍ਹ ਕੇ ਬੇਨਤੀ ਕਰਾਂਗਾ ਕਿ ਐਸੇ ਸੱਜਣਾਂ ਦੀ ਲੋੜ ਹੈ ਜੋ ਪ੍ਰੋਫੈਸਰ ਸਾਹਿਬ ਸਿੰਘ ਜੀ ਵਰਗਾ ਸਿਰੜ ਰੱਖਦੇ ਹੋ। ਇੱਕ ਲਿਖਾਰੀ ਦਾ ਨਾਮ ਹੈ GB ਸਿੰਘ। ਇਹਦਾ ਨਾਮ ਭਾਸ਼ਾ ਵਿੱਚ ਤਾਂ ਬੜੇ ਸੱਜਣਾਂ ਨੇ ਸੁਣਿਆ ਹੋਵੇਗਾ, ਪਰ ਆਮ ਜਨਤਾ ਨੇ ਨਹੀਂ ਸੁਣਿਆ। GB ਸਿੰਘ ਇੱਕ ਖੋਜੀ ਲਿਖਾਰੀ ਹੋਏ ਹਨ। ਇਹਨਾਂ ਦੀ ਪੁਸਤਕ ਲਿਖੀ ਹੋਈ ਹੈ ਪੰਜਾਬੀ ਬੋਲੀ ਦਾ ਜਨਮ ਤੇ ਵਿਕਾਸ। ਐਸੇ ਲਿਖਾਰੀ, ਇਹ ਹਿੰਦੀ ਲਿਖਾਰੀ ਦੋ ਲਿਖੇ ਹਨ ਜਿਨ੍ਹਾਂ ਦਾ ਨਾਮ ਹੈ ਗੌਰੀ ਸ਼ੰਕਰ ਓਝਾ। ਇਹਨਾਂ ਦੀ ਪੁਸਤਕ ਹੈ ਭਾਰਤੀ ਪ੍ਰਾਚੀਨ ਲਿਪੀ। ਮੈਂ ਇੱਥੇ ਫਿਰ ਕਦੀ ਆਵਾਂਗਾ। ਇੱਕ ਬਹੁਤ ਪਿਆਰਾ ਲਿਖਾਰੀ ਹੈ ਮੇਰਾ ਮਨ ਭਾਉਂਦਾ, ਕਿਸ਼ੋਰੀ ਦਾਸ। ਇਹ ਲਿਖਾਰੀ ਕਿਸ਼ੋਰੀ ਦਾਸ ਐਸਾ ਕਿ ਜਿਹਦੀ ਖੁਦ ਦੀ ਸੋਚਣੀ ਕੰਮ ਕਰਦੀ ਹੈ। ਇਹ ਬਹੁਤ ਪਿਆਰਾ ਲਿਖਾਰੀ ਹੈ। ਪੰਜਾਬੀ ਵਿਆਕਰਨ ਵਿੱਚ ਇੱਕ ਲਿਖਾਰੀ ਹੈ ਦੁਨੀ ਚੰਦਰ ਜੀ। ਇਹ ਦੁਨੀ ਚੰਦਰ ਜੈਨ ਹੈ। ਇਹ ਬਹੁਤ ਵਧੀਆ ਲਿਖਾਰੀ ਹੈ। ਔਰ ਇੱਕ ਲਿਖਾਰੀ ਨੇ ਜਿਨੇ ਮੇਰੀ ਗੁਰਬਾਣੀ ਵਿਆਖਿਆ ਵਿੱਚ ਵੀ ਮੈਨੂੰ ਬਹੁਤ ਕੁਝ ਨਵਾਂ ਦਿੱਤਾ, ਉਹਦਾ ਨਾਮ ਹੈ ਯੁਵਾਲ ਹਰਾਰੀ। ਇਹ ਯੁਵਾਲ ਹਰਾਰੀ ਹੈ। ਇਹਦੀ ਪੁਸਤਕ ਤੇ ਇਹਦੇ ਬਾਰੇ ਮੈਂ ਫਿਰ ਗੱਲ ਕਰਾਂਗਾ। ਇਤਨਾ ਹੀ ਕਹਿਣਾ ਕਾਫੀ ਹੈ ਕਿ ਇਹਨੇ ਆਪਣੀ ਪੁਸਤਕ, ਉਹਦਾ ਨਾਮ ਹੈ ਹੋਮੋ ਸੇਪੀਅਨ, ਜਿਹਨੂੰ ਕਹਿ ਲਓ ਕਿ ਮਾਨਵ ਜਾਤੀ ਦਾ ਇਤਿਹਾਸ, ਵਿਕਾਸ ਇਤਿਹਾਸ ਲਿਖਿਆ ਕਿ ਮਾਨਵ ਜਾਤੀ ਲੱਖਾਂ ਸਾਲਾਂ ਤੋਂ ਕਿੱਥੇ ਆਈ। ਜਿਹੜੀ ਮੈਂ ਤੁਹਾਡੇ ਨਾਲ ਅੱਜ ਗੱਲ ਕੀਤੀ ਸੀ ਨਾ, ਇੱਕ ਗੱਲ ਕੀਤੀ ਸੀ ਕਿ ਅੱਜ ਮੈਂ ਇੱਕ ਚਿੱਤਰ ਦੇਖਿਆ ਕੱਲ ਕਿ 9440 ਪੀੜ੍ਹੀਆਂ ਪਹਿਲਾਂ, ਅੱਜ ਤੋਂ 2,36,000 ਵਰਖ ਪਹਿਲਾਂ, ਜਿਹੜੀ ਕੋਈ ਮੇਰੀ ਤੇ ਤੁਹਾਡੀ ਜਿਹੜੀ ਕੋਈ ਮਾਂ ਸੀ, ਮਾਂ ਦੀ ਮਾਂ, ਮਾਂ ਦੀ ਮਾਂ, ਮਾਂ ਦੀ ਮਾਂ, ਉਹਦੀ ਜਿਹੜੀ ਰੂਪ ਰੇਖਾ ਹੈ ਕੈਸੀ ਹੋਵੇਗੀ, ਉਹ ਮੈਂ ਕੱਲ ਇੱਕ ਖੋਜ ਡਿਸਕਵਰੀ ਵਿੱਚ ਦੇਖੀ। ਔਰ ਇਹਦੀ ਪੁਸਤਕ ਮਾਨਵ ਜਾਤੀ ਦੇ ਇਤਿਹਾਸ ਵਿਕਾਸ ਉੱਤੇ ਹੈ। ਔਰ ਉਹਨੇ ਪੁਸਤਕ ਲਿਖੀ ਸੀ ਯਹੂਦੀ ਆਪਣੀ ਬੋਲੀ ਵਿੱਚ, ਔਰ ਦੁਨੀਆ ਦੇ 31 ਬੋਲੀਆਂ ਵਿੱਚ ਇਹ ਪੁਸਤਕ ਜਿਹੜੀ ਹੈ ਇਹ ਛਪ ਚੁੱਕੀ ਹੈ। ਹਰ ਦੇਸ਼ ਦੇ ਲੋਕਾਂ ਨੂੰ ਉਸ ਪੁਸਤਕ ਨੂੰ ਆਪਣੀ ਬੋਲੀ ਵਿੱਚ ਲਿਪਿਅੰਤਰ ਕਹਿ ਲਿਆ ਜਾਂ ਟ੍ਰਾਂਸਲੇਸ਼ਨ ਕਰ ਲਿਆ। ਲਿਪਿਅੰਤਰ ਨਾ ਕਹੋ, ਟ੍ਰਾਂਸਲੇਸ਼ਨ ਕਰ ਲਿਆ। ਐਸੀਆਂ ਪੁਸਤਕਾਂ। ਇੱਕ ਬਹੁਤ ਪਿਆਰਾ ਨਾਮ ਹੈ ਈ-ਹੁਲਤਜ਼। ਉਹ ਨਾਮ ਇੰਨਾ ਔਖਾ ਹੈ ਕਿ ਮੈਨੂੰ ਵਿੱਚੋਂ 2 ਅੱਖਰ ਭੁੱਲ ਗਏ ਤੇ Z ਤੱਕ ਯਾਦ ਰਿਹਾ। ਈ-ਹੁਲਤਜ਼ ਹੈ। ਇਹਦੀ 1925 ਦੀ ਲਿਖੀ ਹੋਈ ਪੁਸਤਕ ਹੈ। ਰਾਜੇ ਅਸ਼ੋਕ ਦੇ ਸਾਰੇ ਲੇਖ ਹਿੱਸੇ ਦੇ ਲਿਖੇ ਹੋਏ ਦਾਸ ਨੇ ਪੜ੍ਹੇ ਹਨ। ਇੱਥੇ ਸੱਜੇ ਪਾਸੇ ਨਾਮ ਲਿਖਿਆ ਈਸ਼ਵਰ ਚੰਦਰ ਰਾਹੀ। ਇਹ ਸੱਜਣ ਤੁਸੀਂ ਦੇਖੋਗੇ ਤੇ ਅਸ਼ ਅਸ਼ ਕਰ ਉਠੋਗੇ। ਬਹੁਤ ਪਿਆਰਾ ਨਾਮ ਹੈ ਤ੍ਰਿਲੋਚਨ ਸਿੰਘ ਬੇਦੀ। ਦਾਸ ਇਹਨਾਂ ਦੀ ਪੁਸਤਕ ਹੁਣ ਵੀ ਪੜ੍ਹ ਰਿਹਾ ਹੈ, 13ਵੀਂ ਸਦੀ ਦੀ ਇੱਕ ਛਪੀ ਹੋਈ। ਇੱਥੇ ਇੱਕ ਨਾਮ ਲਿਖਿਆ ਹੈਨਰੀ ਰਾਵਿਲਸਨ। ਇਹ ਮੇਰੇ ਕੁਝ ਚੋਣਵੇਂ ਮੈਂ ਉਹ ਲਿਖਾਰੀ ਕਹਿੰਦਾ ਹਾਂ ਕਿ ਜਿਹੜੇ ਖੋਜੀ ਹਨ, ਜਿਹੜੇ ਅਨੁਭਵੀ ਹਨ। ਤੇ ਬਹੁਤ ਸਾਰੇ ਨਾਮ ਅਜੇ ਬਾਕੀ ਹਨ, ਇਹਨਾਂ ਦੀਆਂ ਪੁਸਤਕਾਂ ਦਿਖਾਣੀਆਂ ਬਾਕੀ ਹਨ। ਤਾਂ ਗੁਰੂ ਪਿਆਰਿਓ, ਮੈਂ ਅੱਜ ਦੀ ਸਮਾਪਤੀ, ਇਹ ਅੱਜ ਦੀ ਭੂਮਿਕਾ ਤੱਕ ਹੀ ਸੀ ਜਿਹੜਾ ਅਸੀਂ ਅੱਗੇ ਆਰੰਭ ਕਰਨਾ ਚਾਹੁੰਦੇ ਹਾਂ। ਤੇ ਉਹਦੀ ਭੂਮਿਕਾ ਹੈ ਅੱਜ ਦੇ ਪਾਠ ਵਿੱਚ ਜਿਹੜਾ ਆਪਾਂ ਕੀਤਾ ਹੈ, ਉਹ ਹੈ ਭਾਸ਼ਾਈ ਸਮਰੱਥਾ, ਭਾਸ਼ਾਈ ਪ੍ਰਦਰਸ਼ਨ। ਤੇ ਆਪਾਂ ਆਪਣੇ ਅੰਦਰ ਇਹ ਸਾਰਾ ਕੁਝ, ਭਾਸ਼ਾਈ ਸਮਰੱਥਾ ਤਾਂ ਹੈ, ਪਰ ਪ੍ਰਦਰਸ਼ਨ ਸਾਡਾ ਜਿਹੜਾ ਹੈ ਉਹ ਸਹੀ ਨਹੀਂ। ਪਰ ਮੈਂ ਇਤਨੇ ਕੁ ਕਾਰਨ ਹੀ ਨਹੀਂ ਜਾਣਦਾ। ਮੈਂ ਇਸ ਪ੍ਰਦਰਸ਼ਨ ਵਿੱਚ ਇੱਕ ਇਹ ਦੇਖਿਆ, ਮੈਂ ਇੱਥੇ ਕਹਿ ਦਿੰਦਾ ਹਾਂ, ਕਿਉਂਕਿ ਦਾਸ ਪ੍ਰਚਾਰਕ ਸ਼੍ਰੇਣੀ ਵਿੱਚ ਹੈ ਤੇ ਅਸੀਂ ਪ੍ਰਚਾਰਕ ਸ਼੍ਰੇਣੀ ਕੀ ਕਰਦੀ ਹੈ। ਹੋ ਸਕਦਾ ਖਿਮਾ ਕਰਨਾ, ਉਹ ਵੀ ਮੇਰੇ ਵੀ ਖਿਮਾ ਕਰਨ ਜਦੋਂ ਸੁਣਨਗੇ। ਮੈਂ ਗਲਤ ਵੀ ਹੋ ਸਕਦਾ, ਅਗਰ ਕਿਸੇ ਨੂੰ ਲੱਗੇ ਗਲਤ ਹੈ, ਪਰ ਜੋ ਮੈਨੂੰ ਸਹੀ ਲੱਗਾ ਜਾਂ ਜੋ ਮੈਨੂੰ ਮਹਿਸੂਸ ਹੋਇਆ, ਅਸੀਂ ਕਿਸੇ ਥਾਂ ਤੋਂ ਇੱਕ ਚੀਜ਼ ਲੈ ਲੈਂਦੇ ਹਾਂ, ਫਿਰ ਅਸੀਂ ਉਸ ਨੂੰ ਯਤਨ ਕਰਦੇ ਹਾਂ ਕਿ ਇਸ ਚੀਜ਼ ਨੂੰ, ਇਸ ਸਾਖੀ ਨੂੰ ਮੈਂ ਵਧੀਆ ਤਰੀਕੇ ਨਾਲ ਪੇਸ਼ ਕਰਾਂ।
ਉਹ ਫਿਰ ਸਾਡਾ ਜ਼ੋਰ ਜਿਹੜਾ ਨਾ ਉਹਦੇ ਪੇਸ਼ਕਾਰੀ ਉੱਤੇ ਲੱਗ ਜਾਂਦਾ ਹੈ। ਪਰ ਜਦੋਂ ਮੈਂ ਇਹਨਾਂ ਲਿਖਾਈਆਂ ਵਾਲੀ ਦੁਨੀਆ ਵਾਲੇ ਪਾਸੇ ਆਇਆ ਤੇ ਫਿਰ ਮੈਨੂੰ ਇਹ ਮਹਿਸੂਸ ਹੋਇਆ ਕਿ ਮੈਂ ਜੀਵਨ ਵਿੱਚ ਜਿੰਨਾ ਅਸੀਂ ਆਪਣੀ ਪੇਸ਼ਕਾਰੀ ਉੱਤੇ ਜ਼ੋਰ ਲਾਇਆ ਹੈ ਨਾ, ਉਹ ਪੇਸ਼ਕਾਰੀ ਉੱਤੇ ਜ਼ੋਰ ਨਹੀਂ ਸੀ ਲਾਣਾ, ਕਹਾਣੀਆਂ ਬਣਾਉਣੀਆਂ ਨਹੀਂ ਸੀ, ਕਥਾ ਵਿੱਚ ਕਲਾਕਾਰੀ ਨਹੀਂ ਦਿਖਾਣੀ। ਚਾਹੀਦਾ ਕੀ ਸੀ? ਡੂੰਘਾ ਗਿਆਨ ਜੋ ਸਾਡੇ ਪਾਸ ਜਾਂ ਮੇਰੇ ਪਾਸ ਨਹੀਂ ਸੀ। ਮੈਂ ਦੂਜਿਆਂ ਨੂੰ ਛੱਡ ਦੇਣਾ ਕਿ ਮੇਰੇ ਪਾਸ ਉਹ ਗਿਆਨ ਨਹੀਂ ਸੀ। ਤਾਂ ਭਾਸ਼ਾਈ ਪ੍ਰਦਰਸ਼ਨ ਕਰਨ ਵਾਸਤੇ ਡੂੰਘੇ ਗਿਆਨ ਦੀ ਲੋੜ ਹੈ, ਔਰ ਡੂੰਘਾ ਗਿਆਨ ਮਿਲੇਗਾ ਜਦ ਤੱਕ ਕੋਈ ਸੱਜਣ ਘੱਟ ਤੋਂ ਘੱਟ ਪ੍ਰੋਫੈਸਰ ਸਾਹਿਬ ਸਿੰਘ ਜੀ ਵਾਂਗੂ ਜਾਂ ਸਰਦਾਰ GB ਸਿੰਘ ਜੀ ਵਾਂਗੂ ਜਾਂ ਇਹ ਹੁਲਤਜ਼ ਵਾਂਗੂ, और एक हिंदी बंदा है बहुत प्यारा ईश्वर चंद्र राही वांगू या हैनरी राविल्सन वांगू मेहनत नहीं करेगा, ਉਹਦੇ ਜੀਵਨ ਵਿੱਚ ਪ੍ਰਦਰਸ਼ਨ ਜੋ ਗਿਆਨ ਹੈ ਨਾ ਉਹ ਨਹੀਂ ਆਵੇਗਾ। ਮੈਂ ਫਿਰ ਆਪ ਜੀ ਨੂੰ ਦੱਸਦਾ ਹਾਂ, ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਗਿਆਨ ਦਾ ਜੋ ਤਲ ਹੈ ਉਹ 1921 ਵਾਲਾ ਹੈ, ਪਰ 2024 ਵਿੱਚ ਵੀ ਅੱਜ ਉਹਨਾਂ ਦਾ ਗਿਆਨ ਸਿਰਮੌਰ ਹੈ। ਮੈਂ ਕਹਿਣਾ ਕੀ ਚਾਹੁੰਦਾ ਹਾਂ ਕਿ ਅੱਜ ਅਸੀਂ 1921 ਵਿੱਚ ਨਹੀਂ ਵਸਦੇ, ਅਸੀਂ 2024 ਵਿੱਚ ਹਾਂ। ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਹਾਂ ਉਹ ਇਹ ਹੈ ਕਿ 2024 ਦੇ ਵਿੱਚ ਅਸੀਂ ਪਿੰਡਾਂ ਤੋਂ ਸ਼ਹਿਰਾਂ ਵਿੱਚ ਆਏ, ਸ਼ਹਿਰਾਂ ਵਿੱਚੋਂ ਮਹਾਨਗਰਾਂ ਵਿੱਚ ਆਏ, ਮਹਾਨਗਰਾਂ ਵਿੱਚੋਂ ਵਿਦੇਸ਼ਾਂ ਵਿੱਚ ਚਲੇ ਗਏ, ਰੁਪਈਆਂ ਦੇ ਡਾਲਰ ਬਣ ਗਏ, ਛੋਟੀ ਜੀ ਪੜ੍ਹਾਈ ਸਾਡੇ ਕੋਲ ਡਿਗਰੀਆਂ ਹੋ ਗਈਆਂ। ਕਿੱਥੇ ਸਾਈਕਲ ਤੇ ਸਕੂਲੇ ਜਾਂਦੇ ਸੀ, ਅੱਜ ਸਾਡੇ ਕੋਲ ਵੱਡੀਆਂ ਵੱਡੀਆਂ ਤੇ ਵਧੀਆ ਵਧੀਆ ਗੱਡੀਆਂ ਹਨ। ਅੱਜ ਬੰਦਿਆਂ ਕੋਲ ਲੱਖਾਂ ਡਾਲਰਾਂ ਦੀ ਜਾਇਦਾਦ ਹੈ, ਸਾਡੇ ਕੋਲ ਸਾਜੋ ਸਮਾਨ ਹੈ, ਕੀਮਤੀ ਫੋਨ ਹਨ, ਕੰਪਿਊਟਰ ਹਨ, ਐਪਲ ਹੈ, ਸਭ ਕੁਝ ਹੈ। ਪਰ ਚੇਤੇ ਰੱਖਣਾ, ਅਸੀਂ ਬਾਹਰੇ ਸਾਜੋ ਸਮਾਨ ਹੀ ਇਕੱਠਾ ਕਰੀ ਫਿਰਦੇ ਹਾਂ, ਗਿਆਨ 1921 ਪ੍ਰੋਫੈਸਰ ਸਾਹਿਬ ਸਿੰਘ ਜੀ ਵਾਲਾ ਹੀ ਹੈ ਸਾਡੇ ਪਾਸ। ਖਿੱਚ ਕੇ ਪੁਸਤਕ GB ਸਿੰਘ ਜੀ ਦੀ ਪੜ੍ਹਦੇ ਹਾਂ ਜੋ 1950 ਦੀ ਹੈ, ਇਸ ਤੋਂ ਅੱਗੇ ਅਜੇ ਆਪਾਂ ਨਹੀਂ ਟੱਪੇ। ਮਹਾਨ ਕੋਸ਼ 1930 ਦਾ ਛਪਿਆ ਹੋਇਆ ਹੈ। ਤਾਂ ਮੈਂ ਕਹਿਣਾ ਕੀ ਚਾਹੁੰਦਾ ਹਾਂ, ਅੱਜ ਪੰਜਾਬੀ ਦੁਨੀਆ ਦੇ ਪਾਸ ਜਾਂ ਹਿੰਦੀ ਦੁਨੀਆ ਦੇ ਪਾਸ ਗਿਆਨ ਉਹੀ ਹਿੰਦੀ ਦੁਨੀਆ ਕੋਲ ਵੀ ਕਿਸ਼ੋਰੀ ਗੌਰੀ ਚੰਦਰ ਓਝਾ ਜੀ ਵਾਲਾ, ਜਾਂ ਇੱਕ ਨਾਮ ਇੱਥੇ ਮੈਂ ਜ਼ਿਆਦਾ ਨਹੀਂ ਲਿਆ ਕਿਉਂਕਿ ਉਹ ਇਤਨਾ ਨਹੀਂ ਲੱਗਾ, ਉਹਨੂੰ ਕਹਿੰਦੇ ਨੇ ਕਾਮਤਾ ਪ੍ਰਸਾਦ ਗੁਰੂ ਜੀ, ਉਹਨਾਂ ਵਾਲਾ ਹੀ ਹੈ। ਤਾਂ ਮੈਂ ਕਹਿਣਾ ਕੀ ਚਾਹੁੰਦਾ ਹਾਂ, 2024 ਦੇ ਅੰਦਰ ਸਾਨੂੰ ਆਪਣੇ ਗਿਆਨ ਨੂੰ ਬਹੁਤ ਉੱਚਾ ਕਰਨਾ ਚਾਹੀਦਾ ਹੈ, ਔਰ ਇੱਥੇ ਪਹੁੰਚਣ ਲਈ ਕਿਵੇਂ ਕਰਨਾ ਚਾਹੀਦਾ ਹੈ, ਕਿਵੇਂ ਹੋ ਸਕਦਾ ਹੈ, ਜਿੱਦਾਂ ਕਿ ਮੈਨੂੰ ਜੀਵਨ ਵਿੱਚ ਮਿਲਿਆ ਜਾਂ ਅਨੁਭਵ ਹੈ ਉਹ ਵੀ ਕਿਸੇ ਵੇਲੇ ਸਾਂਝਾ ਕੀਤਾ ਜਾ ਸਕਦਾ ਜੀ। ਤੇ ਖਿਮਾ ਕਰਨਾ, ਮੈਂ ਇੱਥੇ ਸਮਾਪਤੀ ਕਰਦਾ ਹਾਂ। ਜੋ ਕੁਝ ਹੈ ਸਭ ਅਧਿਐਨ ਵਿੱਚ ਹੈ। ਮੈਨੂੰ ਜਿਹੜੀ ਵੀ ਚੀਜ਼ ਲੱਗੇ ਕਿ ਮੇਰੀ ਇਹ ਚੀਜ਼ ਖਰਾਬ ਹੋ ਗਈ ਹੈ, ਖੋਜ ਅਨੁਸਾਰ ਸਹੀ ਨਹੀਂ, ਤੇ ਉਹਨੂੰ ਸੁਧਾਰੀ ਜਾ ਸਕਦੀ ਹੈ। ਪਰ ਇਹ ਨਹੀਂ ਹੋਵੇਗਾ ਕਿ ਤੁਹਾਡੇ ਗਿਆਨੀ ਜੀ ਜਾਂ ਮਹਾਂਪੁਰਸ਼ ਜੀ ਇਹ ਕਹਿੰਦੇ ਨੇ ਤੇ ਮੈਂ ਉਵੇਂ ਮੰਨ ਲਵਾਂ। ਨਹੀਂ ਗੁਰੂ ਪਿਆਰਿਓ, ਦਾਸ ਨੂੰ ਜੋ ਖੋਜ ਚਲਾਉਂਦੀ ਹੈ ਦਾਸ ਉਵੇਂ ਚੱਲਦਾ ਹੈ। ਤੇ ਗੁਰਮਤ ਪ੍ਰਤੀ ਜੋ ਗੁਰੂ ਨਾਨਕ ਜੀ ਆਖਦੇ ਹਨ, 10 ਗੁਰੂ ਨਾਨਕ, ਮੈਂ ਉਸ ਗੱਲ ਨੂੰ ਸਮਝਣ ਦਾ ਤੇ ਜੀਵਨ ਵਿੱਚ ਗ੍ਰਹਿਣ ਕਰਨ ਦਾ ਯਤਨ ਕਰਦਾ ਹਾਂ। ਇਹ ਨਹੀਂ ਉਹ ਸਾਰਿਆਂ ਨੂੰ ਸਮਝ ਪਾਉਂਦਾ ਹਾਂ, ਪਰ ਮੈਂ ਗੁਰੂ ਨਾਨਕ ਦੇ ਬਚਨਾਂ ਦੇ ਮੁਕਾਬਲੇ ਕਿਸੇ ਹੋਰ ਵਿਚਾਰ ਨੂੰ ਨਹੀਂ ਮੰਨਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।